ਮੇਰਾ ਸਹੁਰਾ ਸਾਹਿਬ ਰਾਤ ਹੁੰਦੇ ਹੀ ਪਿੰਡ ਦੀਆਂ ਕੁਆਰੀਆਂ ਲੜਕੀਆਂ ਦੇ ਨਾਲ ਇਕੱਲੇ ਛੱਤ 'ਤੇ ਲਿਜਾ ਕੇ ਨਾ ਜਾਣੇ ਕਿਹੜਾ ਅਜਿਹਾ ਕੰਮ ਕਰਦੇ ਕਿ ਉਹ ਲੜਕੀਆਂ ਬਹੁਤ ਖੁਸ਼ੀ-ਖੁਸ਼ੀ ਵਾਪਸ ਆਉਂਦੀਆਂ ਤੇ ਫਿਰ ਅਗਲੇ ਦਿਨ ਉਹਨਾਂ ਦਾ ਵਿਆਹ ਬਹੁਤ ਚੰਗੀ ਜਗ੍ਹਾ ਹੋ ਜਾਂਦਾ। ਲੇਕਿਨ ਮੇਰੇ ਸਹੁਰਾ ਸਾਹਿਬ ਦਾ ਹੁਲੀਆ ਬਹੁਤ ਖਰਾਬ ਹੁੰਦਾ। ਇੱਕ ਦਿਨ ਰਾਤ ਜਾਣਨ ਦੇ ਲਈ ਮੈਂ ਪਹਿਲਾਂ ਤੋਂ ਹੀ ਛੱਤ 'ਤੇ ਲੁਕ ਗਈ ਤੇ ਫਿਰ ਦੇਖ ਕੇ ਮੇਰੇ ਲੂੰ ਕੰਡਾ ਖੜਾ ਹੋ ਗਿਆ ਕਿ ਮੇਰੇ ਸਹੁਰੇ ਨੇ ਆਪਣਾ। ਮੇਰਾ ਨਾਮ ਸ਼ਿਲਪਾ ਹੈ ਤੇ ਮੈਂ ਹੁਸਨਪੁਰ ਤੋਂ ਸੰਬੰਧ ਰੱਖਦੀ ਹਾਂ। ਅੱਜ ਦੀ ਮੇਰੀ ਇਹ ਕਹਾਣੀ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਮੈਂ ਕਾਫੀ ਜਵਾਨ ਤੇ ਖੂਬਸੂਰਤ ਸੀ ਤੇ ਪੜ੍ਹੀ ਲਿਖੀ ਵੀ। ਕਾਲਜ ਵਿੱਚ ਹੀ ਮੇਰੀ ਇੱਕ ਲੜਕੇ ਨਾਲ ਦੋਸਤੀ ਹੋ ਗਈ ਤੇ ਹੌਲੀ-ਹੌਲੀ ਇਹ ਦੋਸਤੀ ਪਿਆਰ 'ਚ ਬਦਲਣੀ ਸ਼ੁਰੂ ਹੋ ਗਈ ਅਤੇ ਅਸੀਂ ਦੋਨੋਂ ਇੱਕ ਦੂਜੇ ਨੂੰ ਇੰਨਾ ਪਿਆਰ ਕਰਨ ਵਾਲਿਆਂ ਦੀ ਗੱਲ ਵਿਆਹ ਤੱਕ ਪਹੁੰਚ ਗਈ। ਮੈਂ ਆਪਣੀ ਮਾਤਾ-ਪਿਤਾ ਦੀ ਇਕਲੌਤੀ ਬੇਟੀ ਸੀ ਤੇ ਮੇਰੇ ਪਿਤਾ ਦੀ ਮੌਤ ਕਾਫੀ ਸਾਲ ਪਹਿਲਾਂ ਹੋ ਚੁੱਕੀ ਸੀ। ਮੇਰੀ ਮਾਂ ਬਿਮਾਰ ਰਹਿੰਦੀ ਸੀ, ਇਸ ਲਈ ਮੇਰੀ ਮਾਂ ਚਾਹੁੰਦੀ ਸੀ ਕਿ ਮੇਰਾ ਵਿਆਹ ਜਲਦ ਤੋਂ ਜਲਦ ਹੋ ਜਾਵੇ। ਮੇਰੀ ਮਾਂ ਨੇ ਮੇਰੇ ਲਈ ਰਿਸ਼ਤੇ ਤਲਾਸ਼ ਕਰਨੇ ਸ਼ੁਰੂ ਕਰ ਦਿੱਤੇ, ਪਰ ਜਦੋਂ ਮੈਂ ਉਸ ਲੜਕੇ ਨੂੰ ਕਿਹਾ ਕਿ ਤੂੰ ਮੇਰੇ ਘਰ ਰਿਸ਼ਤਾ ਭੇਜੀ, ਮੇਰੀ ਮਾਂ ਮੇਰੇ ਲਈ ਰਿਸ਼ਤਾ ਤਲਾਸ਼ ਕਰ ਰਹੀ ਆ, ਤਾਂ ਮੇਰੇ ਹੋਣ ਵਾਲੇ ਪਤੀ ਨੇ ਆਪਣੇ ਘਰੋਂ ਰਿਸ਼ਤਾ ਭੇਜ ਦਿੱਤਾ। ਇਸ ਤਰ੍ਹਾਂ ਅਸੀਂ ਦੋਨਾਂ ਦੀ ਫੈਮਿਲੀ ਦੀ ਰਜ਼ਾਮੰਦੀ ਨਾਲ ਵਿਆਹ ਹੋ ਗਿਆ। ਮੇਰੀ ਜ਼ਿੰਦਗੀ ਬਹੁਤ ਚੰਗੀ ਗੁਜ਼ਰ ਰਹੀ ਸੀ। ਮੇਰਾ ਵਿਆਹ ਹੁਸਨਪੁਰ ਵਿੱਚ ਹੋ ਗਿਆ। ਮੇਰੇ ਪਤੀ ਦੀ ਨੌਕਰੀ ਵੀ ਚੰਗੀ ਸੀ, ਉਹ ਸ਼ਹਿਰ ਵਿੱਚ ਕੰਮ ਕਰਿਆ ਕਰਦੀ ਸੀ। ਮੇਰੇ ਸਹੁਰਾ ਘਰ ਵਿੱਚ ਮੇਰੇ ਪਤੀ ਦੇ ਇਲਾਵਾ ਤੇ ਮੇਰੇ ਸੱਸ ਸਹੁਰਾ ਸੀ, ਜਦ ਕਿ ਉਹਨਾਂ ਦੀ ਵੀ ਇੱਕ ਵੱਡੀ ਭੈਣ ਦਾ ਵਿਆਹ ਕਾਫੀ ਸਾਲ ਪਹਿਲਾਂ ਹੋ ਚੁੱਕਿਆ ਸੀ ਤੇ ਉਹ ਦੂਜੇ ਪਿੰਡ 'ਚ ਰਹਿੰਦੀ ਸੀ। ਮੇਰੀ ਨਣਦ ਸਾਡੇ ਘਰ ਕਦੇ-ਕਦੇ ਆਇਆ ਕਰਦੀ ਸੀ। ਇਸ ਤਰ੍ਹਾਂ ਹੀ ਦੇਖਦੇ-ਦੇਖਦੇ ਮੇਰੇ ਵਿਆਹ ਨੂੰ 1 ਸਾਲ ਗੁਜ਼ਰ ਗਿਆ ਤੇ ਮੈਂ ਇੱਕ ਬੇਟੀ ਨੂੰ ਜਨਮ ਦਿੱਤਾ। ਸਾਡੇ ਘਰ ਵਿੱਚ ਚਾਰੇ ਪਾਸੇ ਖੁਸ਼ਹਾਲੀ ਹੀ ਸੀ। ਸਾਡੀ ਜ਼ਿੰਦਗੀ ਬਹੁਤ ਚੰਗੀ ਲੰਘ ਰਹੀ ਸੀ, ਪਰ ਸ਼ਾਇਦ ਸਾਡੇ ਹੱਸਦੇ ਖੇਡਦੇ ਪਰਿਵਾਰ ਨੂੰ ਕਿਸੇ ਦੀ ਨਜ਼ਰ ਲੱਗ ਗਈ। ਮੇਰੀ ਬੇਟੀ 8 ਸਾਲ ਦੀ ਸੀ ਜਦੋਂ ਮੇਰੇ ਪਤੀ ਨੂੰ ਅਚਾਨਕ ਹਾਰਟ ਅਟੈਕ ਆਇਆ ਤੇ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਰ ਦਾ ਸਾਰਾ ਖਰਚਾ ਮੇਰੇ ਪਤੀ ਦੀ ਕਮਾਈ ਤੋਂ ਚੱਲਦਾ ਸੀ। ਹੁਣ ਸਾਡੇ ਘਰ ਵਿੱਚ ਪਰੇਸ਼ਾਨੀ ਆਉਣ ਲੱਗੀ। ਮੇਰਾ ਸਹੁਰਾ ਨਾਈ ਸੀ, ਬਸ ਥੋੜੇ ਬਹੁਤ ਹੀ ਪੈਸੇ ਕਮਾ ਲਿਆ ਕਰਦੇ ਸੀ। ਪੈਸੇ ਦੀ ਕਾਫੀ ਦਿੱਕਤ ਆ ਗਈ। ਇਸ ਤਰ੍ਹਾਂ ਕਰਕੇ ਹੀ ਜ਼ਿੰਦਗੀ ਲੰਘ ਰਹੀ ਸੀ। ਪਰ ਮੇਰੇ ਸਹੁਰਾ ਸਾਹਿਬ ਨੇ ਇੱਕ ਨਵਾਂ ਕੰਮ ਸ਼ੁਰੂ ਕਰ ਦਿੱਤਾ ਸੀ। ਉਹ ਨਾਈ ਤਾਂ ਪਹਿਲਾਂ ਹੀ ਸੀ ਅਤੇ ਲੋਕਾਂ ਦੇ ਵਾਲ ਕੱਟਿਆ ਕਰਦਾ ਸੀ, ਪਰ ਹੁਣ ਉਹ ਪਿੰਡ ਦੀਆਂ ਲੜਕੀਆਂ ਦੇ ਵਾਲ ਕੱਟਣ ਦੇ ਨਾਮ 'ਤੇ ਅੱਧੀ ਰਾਤ ਨੂੰ ਉਹਨਾਂ ਦੇ ਨਾਲ ਛੱਤ 'ਤੇ ਜਾਂਦੇ। ਇਹ ਸਭ ਕਰਦੇ ਕਰਦੇ ਕਾਫੀ ਸਮਾਂ ਗੁਜ਼ਰ ਗਿਆ ਸੀ ਤੇ ਮੈਂ ਆਪਣੇ ਸਹੁਰੇ ਦੀ ਇਹ ਗੱਲ ਕਾਫੀ ਦਿਨਾਂ ਤੋਂ ਨੋਟਿਸ ਕਰ ਰਹੀ ਸੀ, ਕਿਉਂਕਿ ਜਦੋਂ ਉਹ ਅੱਧੀ ਰਾਤ ਨੂੰ ਛੱਤ 'ਤੇ ਜਾਂਦੇ ਸੀ ਤਾਂ ਉਸ ਟਾਈਮ ਮੈਂ ਅਤੇ ਮੇਰੀ ਬੇਟੀ ਸੌਂ ਰਹੀਆਂ ਹੁੰਦੀਆਂ ਸੀ। ਇੱਕ ਦਿਨ ਮੈਂ ਸੋਚਿਆ ਕਿ ਮੈਂ ਪਿੱਛੇ ਜਾ ਕੇ ਆਪਣੇ ਸਹੁਰੇ ਦੇ ਕੰਮ ਬਾਰੇ ਪਤਾ ਲਗਾਵਾਂ। ਆਖਰ ਅੱਧੀ ਰਾਤ ਨੂੰ ਉਹ ਛੱਤ 'ਤੇ ਕੀ ਕਰਦੇ ਆ। ਮੈਂ ਹੌਲੀ-ਹੌਲੀ ਦੱਬੇ ਪੈਰੀ ਪੌੜੀਆਂ ਚੜ੍ਹ ਗਈ। ਰਾਤ ਦਾ ਹਨੇਰਾ ਵੱਧਦਾ ਹੀ ਚਲਿਆ ਜਾ ਰਿਹਾ ਸੀ। ਅੱਜ ਦੀ ਰਾਤ ਮੈਨੂੰ ਮੌਕਾ ਮਿਲ ਗਿਆ ਸੀ ਮੈਂ ਆਪਣੇ ਸਹੁਰੇ ਦੇ ਬਾਰੇ ਜਾਣ ਸਕਾਂ ਅਤੇ ਇਹ ਜਾਣ ਸਕਾਂ ਕਿ ਉਹ ਅੱਧੀ ਰਾਤ ਨੂੰ ਛੱਤ 'ਤੇ ਕੀ ਕਰਦੇ ਆ। ਪਰ ਮੇਰੀ ਸੱਸ ਪਹਿਰਾ ਦੇ ਰਹੀ ਹੁੰਦੀ ਸੀ, ਇਸ ਲਈ ਮੈਂ ਜਿਸ ਦੱਬੇ ਪੈਰਾਂ ਨਾਲ ਉੱਪਰ ਜਾਂਦੀ ਸੀ ਉਹਨੇ ਦੱਬੀ ਪੈਰੀ ਵਾਪਸ ਵੀ ਆ ਜਾਇਆ ਕਰਦੀ ਸੀ, ਕਿਉਂਕਿ ਪੌੜੀਆਂ 'ਤੇ ਮੇਰੀ ਸੱਸ ਖੜੀ ਹੋਇਆ ਕਰਦੀ ਸੀ। ਇੱਕ ਦਿਨ ਮੈਂ ਦੇਖਿਆ ਕਿ ਮੇਰਾ ਸਹੁਰਾ ਸਾਹਿਬ ਜਵਾਨ ਲੜਕੀਆਂ ਨੂੰ ਉੱਪਰ ਲਿਜਾ ਰਹੇ ਆ ਤੇ ਹੱਥਾਂ ਵਿੱਚ ਉਹਨਾਂ ਦੇ ਔਜ਼ਾਰ ਵੀ ਸੀ। ਇਹ ਸ਼ਾਇਦ ਉਹ ਉਸ ਲੜਕੀ ਦੇ ਵਾਲ ਕੱਟਣ ਦੇ ਲਈ ਜਾ ਰਹੇ ਸੀ, ਪਰ ਮੇਰੀ ਇਹ ਗੱਲ ਸਮਝ ਨਹੀਂ ਆਉਂਦੀ ਸੀ ਕਿ ਆਖਰ ਉਹ ਇਕੱਲੀ ਜਵਾਨ ਲੜਕੀ ਨੂੰ ਅੱਧੀ ਰਾਤ ਨੂੰ ਛੱਤ 'ਤੇ ਲਿਜਾ ਕੇ ਉਸ ਦੇ ਵਾਲ ਕਿਉਂ ਕੱਟਦੇ ਆ। ਹਰ ਵਾਰ ਮੇਰੀ ਸੱਸ ਦੀ ਪਹਿਰੇਦਾਰੀ ਇੰਨੀ ਸਖਤ ਹੋਇਆ ਕਰਦੀ ਸੀ ਕਿ ਮੈਂ ਚਾਹ ਕੇ ਵੀ ਪੌੜੀਆਂ ਵੱਲ ਨਹੀਂ ਜਾ ਸਕਦੀ ਸੀ। ਕਦੇ-ਕਦੇ ਤਾਂ ਮੈਨੂੰ ਆਪਣੀ ਸੱਸ ਉੱਤੇ ਵੀ ਹੈਰਾਨੀ ਹੁੰਦੀ ਕਿ ਉਹ ਕਿਵੇਂ ਆਪਣੇ ਪਤੀ ਨੂੰ ਕਿਸੇ ਕੁਆਰੀ ਕੁੜੀ ਦੇ ਨਾਲ ਅੱਧੀ ਰਾਤ ਨੂੰ ਇਕੱਲਾ ਛੱਡ ਸਕਦੀ ਆ। ਇੱਕ ਦਿਨ ਮੇਰੀ ਸੱਸ ਪਤਾ ਨਹੀਂ ਕਿਤੇ ਚਲੀ ਗਈ ਤੇ ਮੈਂ ਆਸਾਨੀ ਨਾਲ ਪੌੜੀਆਂ ਤੱਕ ਪਹੁੰਚ ਗਈ। ਮੇਰੇ ਸਹੁਰਾ ਕੁਝ ਦੇਰ ਪਹਿਲਾਂ ਹੀ ਪਿੰਡ ਦੀ ਜਵਾਨ ਲੜਕੀ ਕਵਿਤਾ ਨੂੰ ਲੈ ਕੇ ਛੱਤ 'ਤੇ ਗਏ ਸੀ। ਹੁਣ ਉਹ ਪੂਰੇ 1 ਘੰਟੇ ਤੱਕ ਹੇਠਾਂ ਨਹੀਂ ਆਉਣ ਵਾਲੇ ਸੀ। ਮੇਰਾ ਸਹੁਰਾ ਪਹਿਲਾਂ ਤਾਂ ਅਜਿਹਾ ਕੋਈ ਕੰਮ ਨਹੀਂ ਕਰਦੇ ਸੀ, ਨਾ ਜਾਣੇ ਉਹਨਾਂ ਨੂੰ ਕੀ ਹੋਣ ਲੱਗਿਆ ਸੀ। ਉਹ 1 ਘੰਟੇ ਵਿੱਚ ਮੇਰਾ ਸਹੁਰਾ ਉਸ ਲੜਕੀ ਦੇ ਨਾਲ ਨਾ ਜਾਣੇ ਕੀ ਕਰਦਾ ਅਤੇ ਛੱਤ 'ਤੇ ਕੀ ਹੁੰਦਾ ਸੀ। ਇਹ ਸਭ ਸੋਚਦੇ ਮੈਂ ਬਹੁਤ ਪਰੇਸ਼ਾਨ ਹੋ ਰਹੀ ਸੀ। ਮੇਰੇ ਸਹੁਰਾ ਸਾਹਿਬ ਜਦੋਂ ਆਪਣੀ ਦੁਕਾਨ 'ਤੇ ਲੋਕਾਂ ਦੇ ਵਾਲ ਕੱਟਿਆ ਕਰਦੇ ਸੀ ਤਾਂ ਉਦੋਂ ਤਾਂ ਅਜਿਹਾ ਕੁਝ ਨਹੀਂ ਕਰਿਆ ਕਰਦੇ ਸੀ, ਪਰ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਮੈਨੂੰ ਬਹੁਤ ਹੀ ਅਜੀਬ ਲੱਗਦਾ ਸੀ। ਪਰ ਨਾ ਹੀ ਤਾਂ ਮੇਰੀ ਸੱਸ ਛੱਤ 'ਤੇ ਜਾਂਦੀ ਸੀ ਤੇ ਨਾ ਹੀ ਉਸ ਲੜਕੀ ਦੇ ਘਰ ਵਾਲਿਆਂ ਨੂੰ ਉਸ ਦੇ ਨਾਲ ਛੱਤ 'ਤੇ ਜਾਣ ਦਿੱਤਾ ਜਾਂਦਾ ਸੀ।
ਮੈਂ ਅੱਧੀਆਂ ਪੌੜੀਆਂ ਚੜ੍ਹ ਚੁੱਕੀ ਸੀ ਤੇ ਇਸ ਤਰ੍ਹਾਂ ਪਰਦਾ ਉੱਠਣ ਹੀ ਵਾਲਾ ਸੀ ਕਿ ਮੇਰਾ ਸਹੁਰਾ ਅੱਜ ਕਵਿਤਾ ਦੇ ਨਾਲ ਕੀ ਕਰਨ ਵਾਲਾ ਏ। ਅਚਾਨਕ ਮੇਰੀ ਸੱਸ ਦੇ ਆਉਣ ਦੀ ਆਵਾਜ਼ ਨੇ ਮੈਨੂੰ ਪੌੜੀਆਂ ਉਤਰਨ ਲਈ ਮਜਬੂਰ ਕਰ ਦਿੱਤਾ। ਹਮੇਸ਼ਾ ਡਰੀ ਸਹਿਮੀ ਹੌਲੀ ਆਵਾਜ਼ ਵਿੱਚ ਗੱਲ ਕਰਨ ਵਾਲੀ ਮੇਰੀ ਸੱਸ ਦੀ ਆਵਾਜ਼ ਅੱਜ ਮੇਰੀ ਜਾਨ ਹੀ ਕੱਢ ਦਿੱਤੀ। ਜਿਵੇਂ ਹੀ ਮੈਂ ਪਲਟ ਕੇ ਦੇਖਿਆ ਤਾਂ ਉਹ ਮੇਰੇ ਪਿੱਛੇ ਖੜੀ ਸੀ। ਮੇਰਾ ਹੱਥ ਫੜ ਕੇ ਮੈਨੂੰ ਪੌੜੀਆਂ ਤੋਂ ਖਿੱਚ ਕੇ ਨੀਚੇ ਲੈ ਆਈ। ਉਸ ਦਾ ਅੰਦਾਜ਼ ਅਜਿਹਾ ਸੀ ਕਿ ਜਿਵੇਂ ਉਹ ਮੈਨੂੰ ਕੱਚਾ ਚਬਾ ਕੇ ਖਾ ਗਈ ਹੋਵੇ। ਉਹ ਗੁੱਸੇ ਨਾਲ ਮੇਰੀ ਬਾਂਹ ਨੂੰ ਫੜ ਕੇ ਮੇਰੇ ਤੋਂ ਪੁੱਛ ਰਹੀ ਸੀ ਕਿ ਤੂੰ ਉੱਪਰ ਕਿੱਥੇ ਜਾ ਰਹੀ ਸੀ। ਮੈਂ ਹਿਚਕਚਾਉਂਦੇ ਹੋਏ ਕਿਹਾ ਕਿ ਮਾਂ ਜੀ, ਮੈਨੂੰ ਹੇਠਾਂ ਘਬਰਾਹਟ ਹੋ ਰਹੀ ਸੀ, ਇਸ ਲਈ ਮੈਂ ਛੱਤ ਤੇ ਜਾ ਰਹੀ ਸੀ। ਮੇਰੀ ਗੱਲ ਸੁਣ ਕੇ ਮੇਰੀ ਸੱਸ ਮੇਰੇ ਤੇ ਚਿਲਾਉਣ ਲੱਗੀ ਤੇ ਚਿਲਾਉਂਦੇ ਹੋਏ ਕਹਿਣ ਲੱਗੀ, ਤੈਨੂੰ ਨਹੀਂ ਪਤਾ ਅੱਜ ਆਪਣੇ ਘਰੇ ਕਵਿਤਾ ਵਾਲ ਕਟਾਉਣ ਲਈ ਆਈ ਹੋਈ ਆ ਤੇ ਫਿਰ ਤੂੰ ਛੱਤ ਤੇ ਜਾਣ ਬਾਰੇ ਸੋਚਿਆ ਵੀ ਕਿਵੇਂ? ਕੀ ਤੂੰ ਆਪਣੇ ਸਹੁਰਾ ਸਾਹਿਬ ਦਾ ਕੰਮ ਬੰਦ ਕਰਵਾਉਣਾ ਚਾਹੁੰਦੀ ਆ? ਤੂੰ ਨਹੀਂ ਜਾਣਦੀ ਕਿ ਤੈਨੂੰ ਤੇ ਤੇਰੀ ਬੇਟੀ ਨੂੰ ਤੇਰੇ ਸਹੁਰਾ ਸਾਹਿਬ ਹੀ ਪਾਲ ਰਹੇ ਆ। ਤੇਰੇ ਪਤੀ ਦੇ ਮਰਨ ਤੋਂ ਬਾਅਦ ਤੇਰੇ ਸਹੁਰੇ ਨੇ ਤੇਰੀ ਅਤੇ ਤੇਰੀ ਬੇਟੀ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਤੇ ਲੈ ਰੱਖੀ ਆ ਤੇ ਤੂੰ ਆ ਕੇ ਉਸ ਦੇ ਕੰਮ ਦੇ ਪਿੱਛੇ ਪੈ ਗਈ ਆ। ਤੇਰਾ ਸਹੁਰਾ ਸਾਹਿਬ ਕਦੇ ਨਹੀਂ ਚਾਹੁੰਦਾ ਕਿ ਜਦੋਂ ਉਹ ਕੰਮ ਕਰ ਰਹੇ ਹੋਣ ਉਹਨਾਂ ਨੂੰ ਵਿੱਚੋਂ ਕੋਈ ਡਿਸਟਰਬੈਂਸ ਕਰੇ। ਇੱਥੋਂ ਤੱਕ ਕਿ ਮੈਂ ਵੀ ਕਦੇ ਉੱਪਰ ਜਾਣ ਦੀ ਕੋਸ਼ਿਸ਼ ਨਹੀਂ ਕਰਦੀ। ਬਿਹਤਰ ਇਹੀ ਹੋਵੇਗਾ ਕਿ ਅੱਜ ਦੇ ਬਾਅਦ ਤੂੰ ਵੀ ਕਦੇ ਨਹੀਂ ਜਾਣਾ। ਅੱਧੀ ਰਾਤ ਦੇ ਟਾਈਮ ਅਤੇ ਇਸ ਤਰ੍ਹਾਂ ਮੈਨੂੰ ਕਦੇ ਵੀ ਆਪਣੇ ਕਮਰੇ ਤੋਂ ਬਾਹਰ ਨਜ਼ਰ ਨਾ ਆਉਣਾ। ਮੈਂ ਆਪਣੀ ਸੱਸ ਦੀਆਂ ਗੱਲਾਂ ਚੁੱਪ-ਚਾਪ ਸੁਣ ਰਹੀ ਸੀ ਤੇ ਮੇਰੀ ਸੱਸ ਮੈਨੂੰ ਤਾਨੇ ਦੇ ਰਹੀ ਸੀ ਤੇ ਉਹ ਤੇਰਾ ਤੇ ਤੇਰੀ ਬੇਟੀ ਦਾ ਪੇਟ ਪਾਲ ਰਹੇ ਆ। ਮੇਰਾ ਪਤੀ ਵੀ ਜਿੰਦਾ ਨਹੀਂ ਆ। ਇਸ ਲਈ ਮੈਂ ਚੁੱਪ ਹੋ ਗਈ ਕਿਉਂਕਿ ਆਪਣੇ ਸਹੁਰੇ ਤੋਂ ਤਾਂ ਪਹਿਲਾਂ ਹੀ ਮੈਨੂੰ ਬਹੁਤ ਡਰ ਲੱਗਦਾ ਸੀ। ਜਦੋਂ ਮੇਰੇ ਪਤੀ ਜਿੰਦਾ ਸੀ ਉਹ ਆਪਣੇ ਬਾਪ ਨਾਲ ਘੱਟ ਹੀ ਗੱਲ ਕਰਿਆ ਕਰਦੇ ਸੀ ਤੇ ਹੁਣ ਆਪਣੇ ਸਹੁਰੇ ਦੀ ਇਸ ਅਜੀਬੋ-ਗਰੀਬ ਹਰਕਤ ਕਰਤੂਤ ਦੀ ਵਜ੍ਹਾ ਨਾਲ ਮੈਂ ਹੋਰ ਵੀ ਜ਼ਿਆਦਾ ਪਰੇਸ਼ਾਨ ਰਹਿੰਦੀ ਸੀ। ਇਸ ਵਿੱਚ ਮੇਰੇ ਸੱਸ ਸਹੁਰਾ ਮੇਰੇ ਤੋਂ ਨਾਰਾਜ਼ ਹੋ ਗਏ ਤਾਂ ਮੇਰੇ ਲਈ ਪਰੇਸ਼ਾਨੀਆਂ ਹੋਰ ਵੀ ਵੱਧ ਜਾਣਗੀਆਂ। ਮੈਂ ਫੌਰਨ ਹੀ ਆਪਣੀ ਸੱਸ ਤੋਂ ਮਾफ़ੀ ਮੰਗ ਲਈ ਤੇ ਕਿਹਾ ਕਿ ਅੱਜ ਤੋਂ ਬਾਅਦ ਮੈਂ ਅਜਿਹੀ ਗਲਤੀ ਕਦੇ ਨਹੀਂ ਕਰਾਂਗੀ। ਮੇਰੀ ਸੱਸ ਨੇ ਮੈਨੂੰ ਕਿਹਾ ਕਿ ਚੱਲ ਆਪਣੇ ਕਮਰੇ ਵਿੱਚ ਜਾ ਕੇ ਸੌਂ ਜਾ, ਦੇਖ ਕਿਤੇ ਤੇਰੀ ਬੇਟੀ ਨਾ ਜਾਗ ਗਈ ਹੋਵੇ। ਅਤੇ ਮੈਂ ਆਪਣੇ ਕਮਰੇ ਵਿੱਚ ਆ ਗਈ। ਕਮਰੇ ਵਿੱਚ ਆ ਕੇ ਮੇਰੇ ਦਿਮਾਗ ਵਿੱਚ ਇਹੀ ਗੱਲ ਘੁੰਮ ਰਹੀ ਸੀ ਕਿ ਆਖਰ ਮੇਰੇ ਸਹੁਰਾ ਸਾਹਿਬ ਨੂੰ ਇੰਨੀ ਵੀ ਤਨਹਾਈ ਦੀ ਕੀ ਜ਼ਰੂਰਤ ਸੀ ਕਿ ਉਸ ਨੂੰ ਤੀਜੇ ਆਦਮੀ ਦੀ ਮੌਜੂਦਗੀ ਪਸੰਦ ਨਹੀਂ ਸੀ, ਜਦ ਕਿ ਪਹਿਲਾਂ ਤਾਂ ਉਹ ਆਪਣੀ ਦੁਕਾਨ ਉੱਤੇ ਖੁੱਲ੍ਹੇਆਮ ਵਾਲ ਕੱਟਿਆ ਕਰਦੇ ਸੀ ਤੇ ਉਹਨਾਂ ਦੀ ਦੁਕਾਨ 'ਤੇ ਕਾਫੀ ਸਾਰੇ ਲੋਕ ਵੀ ਆ ਜਾਇਆ ਕਰਦੇ ਸੀ। ਨਾ ਜਾਣੇ ਹੁਣ ਕਿਉਂ ਉਹਨਾਂ ਨੂੰ ਤੀਜਾ ਆਦਮੀ ਬਰਦਾਸ਼ਤ ਨਹੀਂ ਸੀ। ਪਹਿਲਾਂ ਤਾਂ ਮੇਰੇ ਸਹੁਰੇ ਨੂੰ ਕਿਸੇ ਵੀ ਤਨਹਾਈ ਦੀ ਜ਼ਰੂਰਤ ਨਹੀਂ ਹੁੰਦੀ ਸੀ ਤੇ ਨਾ ਹੀ ਕਿਸੇ ਦੇ ਆਉਣ ਜਾਣ ਨਾਲ ਉਹਨਾਂ ਨੂੰ ਕੋਈ ਪ੍ਰੋਬਲਮ ਸੀ। ਹੁਣ ਤਾਂ ਮੇਰੇ ਸਹੁਰਾ ਸਾਹਿਬ ਅਲੱਗ ਹੀ ਤਰ੍ਹਾਂ ਦੇ ਨਾਈ ਬਣ ਗਏ ਸੀ। ਮੇਰਾ ਸਹੁਰਾ ਸਾਹਿਬ ਮੇਰੀ ਬੇਟੀ ਨੂੰ ਵੀ ਘੱਟ ਹੀ ਪਿਆਰ ਕਰਦੇ ਸੀ। ਮੈਂ ਦੇਖਿਆ ਸੀ ਕਿ ਦੂਜਿਆਂ ਦੇ ਦਾਦਾ ਅਤੇ ਪੋਤੀਆਂ ਨੂੰ ਬੜਾ ਲਾਡ ਲਡਾਉਂਦੇ ਆ, ਪਰ ਮੇਰੇ ਸਹੁਰਾ ਸਾਹਿਬ ਤਾਂ ਮੇਰੀ ਬੇਟੀ ਉੱਤੇ ਪਾਬੰਦੀਆਂ ਹੀ ਲਗਾਇਆ ਕਰਦੇ ਸੀ। ਉਹ ਹਰ ਗੱਲ 'ਤੇ ਮੇਰੀ ਬੇਟੀ ਨੂੰ ਟੋਕਦੇ ਰਹਿੰਦੇ। ਮੇਰੀ 8 ਸਾਲ ਦੀ ਬੇਟੀ ਹੀ ਸੀ ਤੇ ਮੇਰੇ ਸਹੁਰਾ ਸਾਹਿਬ ਹੁਣੇ ਹੀ ਉਸ 'ਤੇ ਰੋਕ ਟੋਕ ਕਰਨ ਲੱਗੇ ਅਤੇ ਇਸ ਤਰ੍ਹਾਂ ਰੋਕ ਟੋਕ ਕਰਦੇ ਸੀ ਜਿਵੇਂ ਮੇਰੀ ਬੇਟੀ ਕੋਈ ਜਵਾਨ ਲੜਕੀ ਹੋਵੇ ਅਤੇ ਨਾ ਹੀ ਮੈਂ ਤੇ ਮੇਰੀ ਬੇਟੀ ਉਹਨਾਂ ਦੀ ਪਰਮਿਸ਼ਨ ਦੇ ਬਿਨਾਂ ਘਰ ਤੋਂ ਬਾਹਰ ਨਿਕਲਦੇ ਸੀ। ਕਦੇ-ਕਦੇ ਤਾਂ ਮੈਂ ਹੁਣ ਇਸ ਪਾਬੰਦੀਆਂ ਤੋਂ ਖਿਝ ਗਈ ਸੀ। ਮੇਰਾ ਦਿਲ ਕਰਦਾ ਸੀ ਕਿ ਮੈਂ ਕਿਸੇ ਤਰ੍ਹਾਂ ਇਸ ਘਰ ਤੋਂ ਜਾਨ ਛੁਡਾ ਲਵਾਂ, ਪਰ ਮੇਰੀ ਇਸ ਘਰ ਤੋਂ ਕਦੇ ਵੀ ਜਾਨ ਨਹੀਂ ਛੁੱਟ ਸਕਦੀ ਸੀ ਕਿਉਂਕਿ ਮੇਰੀ ਮਾਂ ਹੀ ਸੀ ਮੇਰੀ ਜ਼ਿੰਦਗੀ ਵਿੱਚ ਜੋ ਮੇਰੇ ਵਿਆਹ ਤੋਂ ਬਾਅਦ ਦੁਨੀਆ ਨੂੰ ਛੱਡ ਕੇ ਚਲੀ ਗਈ ਸੀ। ਮੇਰੇ ਵਿਆਹ ਤੋਂ ਬਾਅਦ ਉਹਨਾਂ ਦੀ ਤਬੀਅਤ ਖਰਾਬ ਰਹਿੰਦੀ ਸੀ। ਹੁਣ ਮੇਰਾ ਇਸ ਦੁਨੀਆ 'ਚ ਕੋਈ ਨਹੀਂ ਸੀ ਜਿਸ ਦੇ ਕੋਲ ਜਾ ਕੇ ਮੈਂ ਆਪਣਾ ਦੁੱਖ ਵੰਡਾ ਸਕਾਂ। ਮਹੀਨੇ ਵਿੱਚ 2-3 ਵਾਰ ਮੇਰੇ ਸਹੁਰਾ ਸਾਹਿਬ ਰਾਤ ਨੂੰ ਇਹ ਕੰਮ ਕਰਿਆ ਕਰਦੇ ਸੀ ਤੇ ਲੜਕੀਆਂ ਦੇ ਵਾਲ ਕੱਟਿਆ ਕਰਦੇ ਸੀ ਤੇ ਸਾਡੇ ਘਰ ਦੀ ਛੱਤ 'ਤੇ ਹੀ ਇਹ ਕੰਮ ਕਰਿਆ ਕਰਦੇ ਸੀ। ਬਾਕੀ ਸਾਰਾ ਦਿਨ ਉਹ ਘਰ ਵਿੱਚ ਹੀ ਰਹਿਣ ਲੱਗੇ ਸੀ। ਹੁਣ ਉਹਨਾਂ ਦੀ ਦੁਕਾਨ 'ਤੇ ਜਾਣਾ ਵੀ ਘੱਟ ਕਰ ਦਿੱਤਾ ਸੀ। ਜਦੋਂ ਵੀ ਮੇਰੇ ਪਤੀ ਦੀ ਮੌਤ ਹੋਈ ਸੀ ਸਾਡੇ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਹੁਰਾ ਸਾਹਿਬ 'ਤੇ ਆ ਗਈ ਸੀ। ਇਸ ਕਰਕੇ ਮੇਰੇ ਸਹੁਰਾ ਸਾਹਿਬ ਮੇਰੀ ਬੇਟੀ 'ਤੇ ਪੂਰਾ ਹੱਕ ਜਮਾਉਂਦੇ ਸੀ ਤੇ ਮੇਰੀ ਸੱਸ ਸਹੁਰੇ ਦੇ ਵਿਆਹ ਨੂੰ ਕਾਫੀ ਟਾਈਮ ਹੋ ਗਿਆ ਸੀ, ਪਰ ਫਿਰ ਵੀ ਮੇਰੀ ਸੱਸ ਆਪਣੇ ਪਤੀ ਤੋਂ ਡਰੀ ਸਹਿਮੀ ਰਹਿੰਦੀ ਸੀ ਜਿਵੇਂ ਉਹਨਾਂ ਨੂੰ ਕਿਸੇ ਗੱਲ ਦਾ ਡਰ ਹੋਵੇ। ਪਰ ਮੈਂ ਤਾਂ ਬਹੁਤ ਹੀ ਹੱਸਣ ਬੋਲਣ ਵਾਲੀ ਔਰਤ ਸੀ ਤੇ ਆਪਣੇ ਸਹੁਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਸੀ, ਪਰ ਮੇਰੇ ਸਹੁਰਾ ਸਾਹਿਬ ਦਾ ਤਾਂ ਮੂਡ ਹਮੇਸ਼ਾ ਖਰਾਬ ਹੀ ਰਹਿੰਦਾ ਸੀ। ਇਸ ਲਈ ਮੈਂ ਉਹਨਾਂ ਨਾਲ ਜ਼ਿਆਦਾ ਗੱਲ ਨਾ ਕਰ ਪਾਉਂਦੀ ਤੇ ਆਪਣੀ ਸੱਸ ਨਾਲ ਕਾਫੀ ਗੱਲਾਂ ਕਰ ਲਿਆ ਕਰਦੀ ਸੀ। ਮੇਰੀ ਸੱਸ ਨੂੰ ਮੇਰੇ ਸਾਹਮਣੇ ਚਿਲਾਉਂਦੇ ਹੋਏ ਦੇਖ ਕੇ ਮੈਂ ਕਾਫੀ ਦੁੱਖ ਹੁੰਦਾ ਸੀ।
ਜਦ ਕਿ ਮੇਰੇ ਸਹੁਰੇ ਦੇ ਅੱਗੇ ਮੇਰੀ ਸੱਸ ਦੀ ਜਾਨ ਨਿਕਲ ਜਾਂਦੀ ਸੀ। ਮੇਰੇ ਵਿਆਹ ਤੋਂ ਬਾਅਦ ਮੈਂ ਹੁਣ ਤੱਕ ਦੇਖਿਆ ਸੀ ਕਿ ਉਹਨਾਂ ਨੇ ਕਦੇ ਵੀ ਆਪਣੇ ਪਤੀ ਨਾਲ ਨਜ਼ਰ ਮਿਲਾ ਕੇ ਗੱਲ ਨਹੀਂ ਕੀਤੀ ਸੀ, ਬਲਕਿ ਚੁੱਪ ਕਰਕੇ ਉਹਨਾਂ ਦੇ ਹੁਕਮ ਦੇ ਅੱਗੇ ਸਿਰ ਝੁਕਾ ਲੈਂਦੀ ਸੀ। ਜੋ ਵੀ ਸੀ, ਪਰ ਮੈਨੂੰ ਆਪਣੇ ਸਹੁਰਾ ਸਾਹਿਬ ਇੱਕ ਅੱਖ ਨਹੀਂ ਪਾਉਂਦੇ ਸੀ, ਕਿਉਂਕਿ ਉਹਨਾਂ ਦੀ ਵਜ੍ਹਾ ਨਾਲ ਮੇਰੀ ਬੱਚੀ ਦਾ ਬਚਪਨ ਜਵਾਨ ਲੜਕੀਆਂ ਦੀ ਤਰ੍ਹਾਂ ਲੰਘ ਰਿਹਾ ਸੀ। ਮੇਰੇ ਸਹੁਰਾ ਦੇ ਕੰਮ ਦੀ ਵਜ੍ਹਾ ਨਾਲ ਮੇਰੀ ਬੇਟੀ ਨੂੰ ਵੀ ਪਤਾ ਲੱਗਣ ਲੱਗਾ, ਕਿਉਂਕਿ ਹੁਣ ਉਹ ਵੱਡੀ ਹੋ ਰਹੀ ਸੀ ਤੇ ਉਸ ਨੂੰ ਵੀ ਥੋੜੀ ਥੋੜੀ ਸਮਝ ਆ ਗਈ ਸੀ। ਆਖਿਰ ਉਸਦੇ ਦਾਦਾ ਕੀ ਕੰਮ ਕਰਨ ਲੱਗੇ ਹਨ। ਕਦੇ ਕਦੇ ਤਾਂ ਉਹ ਮੈਨੂੰ ਪੁੱਛਦੀ ਕਿ ਮਾਂ, ਦਾਦਾ ਲੜਕੀਆਂ ਦੇ ਵਾਲ ਕਿਉਂ ਕੱਟਦੇ ਆ। ਇਹ ਗੱਲ ਤਾਂ ਮੈਂ ਵੀ ਨੋਟ ਕਰਦੀ ਕਿ ਮੇਰੇ ਸਹੁਰਾ ਸਿਰਫ ਉਹਨਾਂ ਲੜਕੀਆਂ ਦੇ ਵਾਲ ਕੱਟਦੇ ਆ ਜੋ ਬਾਲਗ ਹੋ ਜਾਇਆ ਕਰਦੀਆਂ। ਇਹ ਗੱਲ ਤਾਂ ਮੈਨੂੰ ਬਹੁਤ ਪਰੇਸ਼ਾਨ ਕਰਨ ਲੱਗੀ। ਇਸ ਤਰ੍ਹਾਂ ਹੀ ਕਾਫੀ ਟਾਈਮ ਗੁਜ਼ਰ ਗਿਆ ਤੇ ਮੈਂ ਇਸ ਸੱਚਾਈ ਦਾ ਪਤਾ ਨਾ ਲਗਾ ਪਾ ਰਹੀ ਸੀ ਤੇ ਮੇਰੇ ਸਹੁਰਾ ਸਾਹਿਬ ਸਾਰੇ ਪਿੰਡ ਵਿੱਚ ਮਸ਼ਹੂਰ ਹੋ ਗਏ ਸੀ। ਸੁਣਿਆ ਸੀ ਕਿ ਮੇਰੇ ਸਹੁਰਾ ਅੱਜ ਇਸ ਕੁੜੀ ਦੇ ਵਾਲ ਕੱਟਦੇ ਆ, ਉਹ ਕੁੜੀ ਦਾ ਭਾਗ ਸਵਰ ਜਾਂਦਾ। ਵਿਆਹ ਦੇ ਬਾਅਦ ਉਹ ਚੰਗੀ ਜ਼ਿੰਦਗੀ ਗੁਜ਼ਾਰਦੀ ਆ। ਇਸ ਲਈ ਲੋਕ ਖੁਸ਼ੀ-ਖੁਸ਼ੀ ਆਪਣੀ ਜਵਾਨ ਕੁੜੀ ਨੂੰ ਮੇਰੇ ਸਹੁਰੇ ਦੇ ਕੋਲ ਵਾਲ ਕਟਵਾਉਣ ਦੇ ਲਈ ਭੇਜਿਆ ਕਰਦੇ, ਤਾਂ ਕਿ ਉਹਨਾਂ ਦੀਆਂ ਬੇਟੀਆਂ ਦੀ ਕਿਸਮਤ ਬਦਲ ਜਾਏ। ਲੇਕਿਨ ਇਹ ਗੱਲ ਮੇਰੀ ਸਮਝ ਤੋਂ ਬਾਹਰ ਸੀ। ਆਖਿਰ ਮੇਰੇ ਸਹੁਰੇ ਤੋਂ ਵਾਲ ਕਟਵਾਉਣ ਨਾਲ ਕਿਸੇ ਲੜਕੀ ਦਾ ਭਾਗ ਕਿਵੇਂ ਬਦਲ ਸਕਦਾ ਸੀ, ਤੇ ਉਹ ਵੀ ਅੱਧੀ ਰਾਤ ਨੂੰ ਇਕੱਲੇ। ਕਈ ਵਾਰ ਤਾਂ ਮੈਂ ਹਕੀਕਤ ਨੂੰ ਜਾਣਨ ਦੀ ਕੋਸ਼ਿਸ਼ ਵੀ ਕੀਤੀ, ਪਰ ਕਦੇ ਵੀ ਮੈਨੂੰ ਇਹ ਜਾਣਨ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਜਦੋਂ ਵੀ ਮੇਰਾ ਸਹੁਰਾ ਸਾਹਿਬ ਕਿਸੇ ਲੜਕੀ ਦੇ ਵਾਲ ਕੱਟਣ ਦੇ ਲਈ ਛੱਤ ਤੇ ਲਿਜਾਂਦੇ ਤਾਂ ਮੇਰੀ ਸੱਸ ਪੌੜੀਆਂ ਤੇ ਪਹਿਰੇਦਾਰੀ ਕਰਨਾ ਸ਼ੁਰੂ ਕਰ ਦਿੰਦੀ ਅਤੇ ਕਿਸੇ ਨੂੰ ਵੀ ਛੱਤ ਤੇ ਨਾ ਜਾਣ ਦਿੰਦੀ। ਇੱਕ ਦਿਨ ਸਾਡੇ ਗਵਾਂਢੀਆਂ ਦੀ ਰਹਿਣ ਵਾਲੀ ਲੜਕੀ ਬਾਲਗ ਹੋਈ ਤਾਂ ਪਿੰਡ ਦੀਆਂ ਦੂਜੀਆਂ ਲੜਕੀਆਂ ਦੀ ਤਰ੍ਹਾਂ ਉਸ ਨੂੰ ਵੀ ਮੇਰੇ ਸਹੁਰੇ ਦੇ ਕੋਲ ਲਿਆਂਦਾ ਗਿਆ। ਮੈਂ ਇਹ ਸੋਚ ਕੇ ਖੁਸ਼ ਹੋ ਗਈ ਕਿ ਚਲੋ ਇਹ ਤਾਂ ਗਵਾਂਢ ਦੀ ਲੜਕੀ ਆ। ਅਗਲੀ ਸਵੇਰ ਮੈਂ ਉਸਦੇ ਘਰ ਜਾ ਕੇ ਉਸਦੇ ਬਾਰੇ ਵਿੱਚ ਗੱਲ ਕਰੂੰਗੀ ਤਾਂ ਮੈਨੂੰ ਪਤਾ ਚੱਲ ਜਾਵੇਗਾ ਕਿ ਮੇਰੇ ਸਹੁਰੇ ਨੇ ਉਸਦੇ ਨਾਲ ਛੱਤ ਤੇ ਜਾ ਕੇ ਕੀ ਕੀਤਾ। ਇਸ ਤਰ੍ਹਾਂ ਨਾਲ ਉਸਦੇ ਵਾਲ ਕੱਟੇ। ਪਰ ਅਗਲੇ ਦਿਨ ਜਦੋਂ ਮੈਂ ਚੋਰੀ ਛੁਪੇ ਗਵਾਂਢੀਆਂ ਦੇ ਘਰ ਗਈ ਤਾਂ ਮੈਂ ਉਸ ਲੜਕੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਲੜਕੀ ਬਿਲਕੁਲ ਚੁੱਪ ਸੀ। ਉਸਦੀ ਮਾਂ ਵੀ ਮੈਨੂੰ ਕੁਝ ਦੱਸਣ ਦੇ ਲਈ ਤਿਆਰ ਨਹੀਂ ਹੋ ਰਹੀ ਸੀ। ਮੇਰੇ ਸਵਾਲ ਕਰਨ ਤੇ ਉਸ ਲੜਕੀ ਨੇ ਕਈ ਜਵਾਬ ਨਾ ਦਿੱਤਾ, ਬਲਕਿ ਜਿੰਨੀ ਦੇਰ ਮੈਂ ਉਹਨਾਂ ਦੇ ਘਰ ਬੈਠੀ ਰਹੀ ਮੈਂ ਹੈਰਾਨ ਸੀ ਕਿ ਇੰਨੀ ਸ਼ਰਾਰਤੀ ਅਤੇ ਚੁਲਬਲੀ ਲੜਕੀ ਨੂੰ ਅਚਾਨਕ ਕੀ ਹੋ ਗਿਆ। ਉਸ ਦੀ ਮਾਂ ਨੇ ਵੀ ਮੈਨੂੰ ਕੁਝ ਨਾ ਦੱਸਿਆ। ਘਰ ਆ ਕੇ ਇਹੀ ਗੱਲ ਬਾਰੇ ਮੈਂ ਸੋਚਣ ਲੱਗੀ, ਆਖਰ ਇਹ ਸਭ ਕੀ ਹੋ ਰਿਹਾ ਸੀ। ਆਖਰ ਉਹ ਲੜਕੀ ਤੇ ਉਸ ਦੀ ਮਾਂ ਮੈਨੂੰ ਕੁਝ ਦੱਸਣ ਦੇ ਲਈ ਤਿਆਰ ਕਿਉਂ ਨਹੀਂ ਸੀ, ਜਦ ਕਿ ਮੇਰੀ ਬੇਟੀ ਵੀ ਮੇਰੇ ਨਾਲ ਗਈ ਸੀ। ਉਸਨੇ ਮੈਨੂੰ ਕਿਹਾ ਕਿ ਪਾਇਲ ਦੀਦੀ ਇੰਨਾ ਚੁੱਪ ਕਿਉਂ ਬੈਠੀ ਸੀ ਤੇ ਤੁਸੀਂ ਉਸ ਨੂੰ ਜੋ ਕੁਝ ਵੀ ਪੁੱਛਿਆ ਉਸਨੇ ਉਸ ਦਾ ਜਵਾਬ ਕਿਉਂ ਨਹੀਂ ਦਿੱਤਾ। ਮੈਂ ਆਪਣੀ ਬੇਟੀ ਨੂੰ ਬਹਾਨਾ ਬਣਾ ਦਿੱਤਾ ਕਿ ਬੇਟੀ ਉਹ ਜਵਾਨ ਹੋ ਰਹੀ ਆ, ਅਜਿਹੀਆਂ ਲੜਕੀਆਂ ਵਿੱਚ ਬਹੁਤ ਜ਼ਿਆਦਾ ਬਦਲਾਵ ਆ ਜਾਂਦਾ, ਇਸ ਲਈ ਉਹ ਵੀ ਆਪਣੀ ਮਾਂ ਦੇ ਕਹਿਣ ਤੇ ਚੁੱਪਚਾਪ ਬੈਠੀ ਹੋਵੇਗੀ। ਹੁਣ ਤਾਂ ਸ਼ਾਇਦ ਉਸ ਦੀ ਸਿਰ ਤੇ ਵਾਲ ਵੀ ਨਹੀਂ ਸੀ, ਸ਼ਾਇਦ ਇਸ ਲਈ ਉਹ ਝਿਜਕ ਰਹੀ ਹੋਵੇਗੀ। ਮੇਰੀ ਗੱਲ ਸੁਣ ਕੇ ਮੇਰੀ ਬੇਟੀ ਰਿਲੈਕਸ ਹੋ ਗਈ, ਕਿਉਂਕਿ ਮੇਰੀ ਬੇਟੀ ਗਵਾਂਢੀਆਂ ਦੀ ਪਾਇਲ ਦੀ ਛੋਟੀ ਭੈਣ ਦੇ ਨਾਲ ਖੇਡਣ ਦੇ ਲਈ ਜਾਂਦੀ ਸੀ, ਜਦ ਕਿ 15 ਸਾਲ ਦੀ ਪਾਇਲ ਬਹੁਤ ਅਲੱਗ ਹੀ ਲੱਗ ਰਹੀ ਸੀ। ਪਰ ਮੈਨੂੰ ਕੀ ਪਤਾ ਸੀ ਕਿ ਆਖਿਰ ਉਸ ਦੀ ਚੁੱਪੀ ਦੇ ਪਿੱਛੇ ਰਾਜ ਕੀ ਆ। ਜਦੋਂ ਕਾਫੀ ਟਾਈਮ ਤੱਕ ਇਹ ਸਭ ਕੁਝ ਚੱਲਦਾ ਰਿਹਾ, ਕਈ ਵਾਰ ਤਾਂ ਮੈਂ ਆਪਣੀ ਬੇਟੀ ਨੂੰ ਵੀ ਛੱਤ ਉੱਤੇ ਦੇਖਣ ਲਈ ਭੇਜ ਦਿੰਦੀ, ਪਰ ਮੇਰੀ ਬੇਟੀ ਨੂੰ ਵੀ ਸੱਸ ਡਾਂਟ ਕੇ ਭਜਾ ਦਿੰਦੀ ਤੇ ਮੇਰੀ ਬੇਟੀ ਨੂੰ ਵੀ ਇਹੀ ਕਿਹਾ ਕਰਦੀ ਕਿ ਤੂੰ ਆਪਣੇ ਦਾਦਾ ਦੇ ਕੰਮ ਵਿੱਚ ਦਖਲਅੰਦਾਜ਼ੀ ਨਾ ਦਿਆ ਕਰ। ਸ਼ੁਰੂ ਵਿੱਚ ਤਾਂ ਮੈਨੂੰ ਆਪਣੀ ਸੱਸ ਦੀਆਂ ਇਹ ਗੱਲਾਂ ਸਮਝ ਤੋਂ ਪਰੇ ਲੱਗਦੀਆਂ ਸੀ, ਪਰ ਫਿਰ ਵੀ ਕਦੇ-ਕਦੇ ਮੈਂ ਇਹ ਸਭ ਸੋਚਿਆ ਕਰਦੀ ਕਿ ਮੈਂ ਇੱਕ ਵਿਧਵਾ ਔਰਤ ਹਾਂ ਜਿਸ ਨੂੰ ਪੁੱਛਣ ਵਾਲਾ ਕੋਈ ਹੋਰ ਨਹੀਂ। ਇਹ ਸਭ ਵਿੱਚ ਮੇਰੇ ਸੱਸ ਸਹੁਰਾ ਹੀ ਆ ਜੋ ਹਰ ਵਕਤ ਮੇਰੇ ਨਾਲ ਖੜੇ ਰਹਿੰਦੇ ਆ। ਮੈਂ ਆਪਣੀ ਬੇਟੀ ਨੂੰ ਆਪਣਾ ਸਹਾਰਾ ਬਣਾਉਣਾ ਚਾਹੁੰਦੀ ਸੀ। ਮੈਂ ਆਪਣੀ ਬੇਟੀ ਨੂੰ ਪੜ੍ਹਾਉਣਾ ਚਾਹੁੰਦੀ ਸੀ, ਪੜ੍ਹਾ ਲਿਖਾ ਕੇ ਕਾਮਯਾਬ ਬਣਾਉਣਾ ਚਾਹੁੰਦੀ ਸੀ। ਆਖਰ ਮੈਂ ਕਦੋਂ ਤੱਕ ਆਪਣੇ ਸਹੁਰੇ ਦੀ ਕਮਾਈ ਤੇ ਰਹਿੰਦੀ। ਮੈਂ ਕੋਈ ਕੰਮ ਵੀ ਨਹੀਂ ਕਰ ਸਕਦੀ ਸੀ, ਕਿਉਂਕਿ ਪਿੰਡ ਵਿੱਚ ਔਰਤਾਂ ਨੂੰ ਕੰਮ ਕਰਨ ਦੀ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਸੀ। ਇਸ ਲਈ ਮੈਂ ਚੁੱਪਚਾਪ ਘਰ ਵਿੱਚ ਰਹਿ ਕੇ ਆਪਣੇ ਸਹੁਰੇ ਦੀ ਕਮਾਈ ਤੇ ਹੀ ਆਪਣੀ ਬੇਟੀ ਨੂੰ ਪੜ੍ਹਾ ਰਹੀ ਸੀ। ਮੇਰੀ ਬੇਟੀ ਨੂੰ ਵੀ ਪੜ੍ਹਨ ਦਾ ਬਹੁਤ ਸ਼ੌਂਕ ਸੀ। ਮੇਰੇ ਪਤੀ ਦੇ ਮਰਨ ਤੋਂ ਬਾਅਦ ਮੇਰੀ ਸੱਸ ਨੇ ਕਾਫੀ ਟਾਈਮ ਤੱਕ ਮੇਰੇ ਲਈ ਰਿਸ਼ਤਿਆਂ ਦੀ ਤਲਾਸ਼ ਕੀਤੀ, ਪਰ ਮੈਂ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਤੇ ਉਹਨਾਂ ਨੂੰ ਮਨਾ ਕਰ ਦਿੱਤਾ। ਇਸ ਵਜ੍ਹਾ ਨਾਲ ਮੈਨੂੰ ਆਪਣੇ ਸੱਸ ਸਹੁਰੇ ਦੀ ਹਰ ਗੱਲ ਮੰਨਣੀ ਪੈਂਦੀ ਸੀ। ਸਾਰੇ ਪਿੰਡ ਵਾਲੇ ਵੀ ਮੇਰੇ ਸਹੁਰੇ ਦੀ ਬਹੁਤ ਇੱਜ਼ਤ ਕਰਦੇ ਸੀ, ਕਿਉਂਕਿ ਉਹ ਪਿੰਡ ਦੀਆਂ ਪੰਚਾਇਤਾਂ ਵੀ ਜਾਇਆ ਕਰਦੇ ਸੀ। ਪਰ ਮੇਰੀ ਸੱਸ ਦਾ ਕਹਿਣਾ ਸੀ ਕਿ ਇਸ ਵਿੱਚ ਉਹਨਾਂ ਦੀ ਮੁਹੱਬਤ ਲੁਕੀ ਹੋਈ ਆ। ਜਦੋਂ ਮੈਂ ਇਹ ਗੱਲ ਸੋਚਦੀ ਤਾਂ ਮੈਨੂੰ ਵੀ ਚੰਗਾ ਲੱਗਦਾ ਕਿ ਸਾਡੇ ਕੋਲ ਵੀ ਮੇਰੇ ਸਹੁਰੇ ਦਾ ਸਹਾਰਾ ਨਾ ਹੁੰਦਾ ਤਾਂ ਸ਼ਾਇਦ ਅਸੀਂ ਦੋਨੋਂ ਅੱਜ ਮਾਂ ਬੇਟੀ ਇਸ ਪਿੰਡ ਵਿੱਚ ਬੇਸਹਾਰਾ ਤੇ ਮੁਹਤਾਜ ਦੀ ਜ਼ਿੰਦਗੀ ਗੁਜ਼ਾਰ ਰਹੀਆਂ ਹੁੰਦੀਆਂ। ਬਸ ਇਹੀ ਸਭ ਮੈਂ ਸੋਚਦੀ ਰਹਿੰਦੀ। ਮੈਨੂੰ ਆਪਣੇ ਸਹੁਰੇ ਦੇ ਕੰਮ ਵਿੱਚ ਟੰਗ ਨਹੀਂ ਅੜਾਉਣੀ ਚਾਹੀਦੀ ਸੀ।
ਉਸੇ ਰਾਤ ਦੇ ਬਾਅਦ ਮੈਂ ਕਦੇ ਵੀ ਛੱਤ 'ਤੇ ਜਾਣ ਦਾ ਸੋਚਣਾ ਛੱਡ ਦਿੱਤਾ, ਕਿਉਂਕਿ ਮੈਂ ਡਰ ਗਈ ਸੀ ਕਿ ਜੇ ਮੇਰੀ ਸੱਸ ਨੇ ਮੇਰੇ ਸਹੁਰੇ ਨੂੰ ਸ਼ਿਕਾਇਤ ਕਰ ਦਿੱਤੀ ਤੇ ਮੈਂ ਤੇ ਮੇਰੀ ਬੇਟੀ ਕਿੱਥੇ ਜਾਵਾਂਗੀਆਂ। ਮੇਰੇ ਸਹੁਰੇ ਦਾ ਕੰਮ ਪਹਿਲਾਂ ਦੀ ਤਰ੍ਹਾਂ ਚੱਲ ਰਿਹਾ ਸੀ। ਕਦੇ 15 ਦਿਨ ਵਿੱਚ ਇੱਕ ਵਾਰ ਤਾਂ ਕਦੇ ਮਹੀਨੇ ਵਿੱਚ 3-4 ਵਾਰ ਕੋਈ ਨਾ ਕੋਈ ਲੜਕੀ ਬਾਲਗ ਹੋ ਕੇ ਸਾਡੇ ਘਰ ਆਉਂਦੀ ਤੇ ਮੇਰੇ ਸਹੁਰੇ ਦੇ ਨਾਲ ਚੁੱਪ ਹੋ ਕੇ ਛੱਤ 'ਤੇ ਚਲੀ ਜਾਂਦੀ। 1 ਘੰਟੇ ਬਾਅਦ ਜਦੋਂ ਉਹ ਲੜਕੀ ਛੱਤ ਤੋਂ ਵਾਪਸ ਨੀਚੇ ਆਉਂਦੀ ਤਾਂ ਮੇਰਾ ਸਹੁਰਾ ਸਾਹਿਬ ਉਸਦੇ ਜਾਣ ਦੇ ਬਾਅਦ ਦੇਰ ਬਾਅਦ ਨੀਚੇ ਆਉਂਦੇ ਤੇ ਉਹਨਾਂ ਦੀ ਹਾਲਤ ਬਹੁਤ ਖਰਾਬ ਹੁੰਦੀ। ਇਸ ਗੱਲ ਦੇ ਬਾਰੇ ਵਿੱਚ ਮੈਨੂੰ ਉਦੋਂ ਪਤਾ ਚੱਲਿਆ ਜਦੋਂ ਮੈਂ ਇੱਕ ਰਾਤ ਫਰਿੱਜ ਵਿੱਚ ਪਾਣੀ ਪੀਣ ਦੇ ਲਈ ਕਿਚਨ 'ਚ ਜਾ ਰਹੀ ਸੀ ਤਾਂ ਮੈਂ ਆਪਣੇ ਸਹੁਰੇ ਨੂੰ ਪੌੜੀਆਂ ਤੋਂ ਉਤਰਦੇ ਹੋਏ ਦੇਖਿਆ ਤੇ ਮੈਨੂੰ ਉਸ ਦਾ ਹੁਲੀਆ ਬਹੁਤ ਹੀ ਖਰਾਬ ਲੱਗ ਰਿਹਾ ਸੀ। ਮੇਰੇ ਸਹੁਰੇ ਦਾ ਸਾਹ ਵੀ ਫੁੱਲ ਰਿਹਾ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਮਿਹਨਤ ਦਾ ਕੰਮ ਕਰਕੇ ਨੀਚੇ ਆਏ ਹੋਣ। ਮੇਰਾ ਸਹੁਰਾ ਹਮੇਸ਼ਾ ਕਾਲੇ ਰੰਗ ਦਾ ਕੁੜਤਾ ਪਹਿਨ ਕੇ ਕੁੜੀਆਂ ਦੇ ਵਾਲ ਕੱਟਣ ਛੱਤ 'ਤੇ ਜਾਂਦਾ ਸੀ, ਪਰ ਨੀਚੇ ਉਸਦੇ ਉਤਰਦੇ ਹੋਏ ਉਸਦੇ ਕੱਪੜੇ ਵੀ ਚੇਂਜ ਹੁੰਦੇ ਸੀ। ਉਹ ਕੱਪੜਾ ਉਸਦੇ ਸਰੀਰ 'ਤੇ ਮੌਜੂਦ ਨਾ ਹੁੰਦਾ, ਬਲਕਿ ਦੂਜਾ ਕੱਪੜਾ ਪਹਿਨ ਕੇ ਉਹ ਨੀਚੇ ਉਤਰਦਾ। ਉਹ ਤਾਂ ਕੱਪ ਪਾਉਂਦੇ ਹੋਏ ਪੌੜੀਆਂ ਤੋਂ ਹੇਠਾਂ ਉਤਰਦਾ ਜਿਵੇਂ ਬਹੁਤ ਹੀ ਜ਼ਿਆਦਾ ਥੱਕ ਗਿਆ ਹੋਵੇ। ਫਿਰ ਇੱਕ ਦਿਨ ਮੈਨੂੰ ਯਾਦ ਆਇਆ ਕਿ ਜਦੋਂ ਮੇਰਾ ਸਹੁਰਾ ਕਿਸੇ ਕੁੜੀ ਦੇ ਨਾਲ ਵਾਲ ਕੱਟਣ ਵੇਲੇ ਪੂਰਾ ਦਿਨ ਹੀ ਕਮਰੇ ਵਿੱਚ ਰਹਿੰਦਾ ਤੇ ਮੇਰੀ ਸੱਸ ਨੂੰ ਵੀ ਅੰਦਰ ਆਉਣ ਦੀ ਇਜਾਜ਼ਤ ਨਾ ਦਿੰਦਾ। ਉਹ ਇੰਨਾ ਜ਼ਿਆਦਾ ਥੱਕ ਜਾਇਆ ਕਰਦਾ ਸੀ ਕਿ ਸਾਰਾ ਦਿਨ ਕਮਰੇ ਵਿੱਚ ਹੀ ਰਹਿੰਦਾ ਤੇ ਫਿਰ ਉਸ ਟਾਈਮ ਉਹਨਾਂ ਨੂੰ ਚੱਲਦਾ ਦੇਖ ਕੇ ਮੈਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਖੇਤ ਵਿੱਚ ਹਲ ਜੋਤ ਕੇ ਆ ਰਹੇ ਹੋਣ। ਹਮੇਸ਼ਾ ਦੀ ਤਰ੍ਹਾਂ ਇੱਕ ਹੋਰ ਰਾਤ ਮੇਰੀ ਸੱਸ ਇਕੱਲੀ ਕਮਰੇ ਦੇ ਬਾਹਰ ਸੌਂ ਰਹੀ ਸੀ ਤੇ ਮੇਰਾ ਸਹੁਰਾ ਸਾਹਿਬ ਕਮਰੇ ਵਿੱਚ ਬੰਦ ਤੇ ਕਮਰੇ ਦੇ ਅੰਦਰ ਸੌਂ ਰਹੇ ਸੀ। ਮੇਰੀ ਬੇਟੀ ਦੀ ਸਕੂਲ ਤੇ ਛੁੱਟੀ ਸੀ, ਇਸ ਲਈ ਮੈਨੂੰ ਉਸ ਨੂੰ ਉਠਾਉਣ ਦੀ ਫਿਕਰ ਨਹੀਂ ਸੀ ਤਾਂ ਕਿ ਮੈਂ ਕਿਸੇ ਕੰਮ ਤੋਂ ਬਾਹਰ ਕਿਚਨ 'ਚ ਗਈ ਤਾਂ ਦੇਖਿਆ ਕਿ ਮੇਰੀ ਸੱਸ ਚੋਰੀ ਹੰਝੂ ਬਹਾ ਰਹੀ ਆ। ਪਹਿਲੀ ਵਾਰ ਜਦੋਂ ਮੈਂ ਆਪਣੀ ਸੱਸ ਨੂੰ ਇਸ ਤਰ੍ਹਾਂ ਰੋਂਦੇ ਹੋਏ ਦੇਖਿਆ ਤਾਂ ਮੈਂ ਫੌਰਨ ਭੱਜ ਕੇ ਉਹਨਾਂ ਦੇ ਵੱਲ ਗਈ ਤੇ ਉਸ ਨੂੰ ਪੁੱਛਿਆ ਕਿ ਮਾਂ ਜੀ ਤੁਸੀਂ ਰੋ ਕਿਉਂ ਰਹੇ ਹੋ। ਮੇਰੀ ਗੱਲ ਸੁਣ ਕੇ ਮੇਰੀ ਸੱਸ ਨੇ ਜਲਦੀ ਨਾਲ ਆਪਣੇ ਹੰਝੂ ਸਾੜੀ ਦੇ ਪੱਲੂ ਨਾਲ ਸਾਫ਼ ਕਰ ਲਏ ਤੇ ਕਹਿਣ ਲੱਗੀ, ਨਹੀਂ ਬਹੂ, ਮੈਂ ਕਿੱਥੇ ਰੋ ਰਹੀ ਹਾਂ, ਤੂੰ ਦੱਸ ਤੈਨੂੰ ਕੀ ਚਾਹੀਦਾ। ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਮੇਰੀ ਸੱਸ ਰੋ ਰਹੀ ਸੀ। ਇਸ ਗੱਲ ਨੂੰ ਨਾ ਸਿਰਫ ਮੈਨੂੰ ਦੁਖੀ ਕਰ ਦਿੱਤਾ ਬਲਕਿ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਵੀ ਹੋ ਗਈ। ਆਖਰ ਅਜਿਹੀ ਕਿਹੜੀ ਗੱਲ ਸੀ ਜਿਸ ਦੀ ਵਜ੍ਹਾ ਨਾਲ ਮੇਰੀ ਸੱਸ ਚੋਰੀ ਰੋ ਰਹੀ ਸੀ। ਹੁਣ ਤਾਂ ਮੈਨੂੰ ਆਪਣੇ ਸਹੁਰੇ ਨਾਲ ਨਫ਼ਰਤ ਦਾ ਅਹਿਸਾਸ ਹੋਣ ਲੱਗਿਆ ਸੀ। ਉਸ ਦਿਨ ਦੇ ਬਾਅਦ ਮੈਂ ਆਪਣੇ ਸਹੁਰੇ ਤੋਂ ਫਿਰ ਤੋਂ ਨਜ਼ਰ ਰੱਖਣਾ ਸ਼ੁਰੂ ਕਰ ਦਿੱਤਾ। ਜਦੋਂ ਵੀ ਮੇਰਾ ਸਹੁਰਾ ਕਿਸੇ ਕੁੜੀ ਦੇ ਵਾਲ ਕੱਟਣ ਪੌੜੀਆਂ ਤੋਂ ਨੀਚੇ ਆਉਂਦਾ ਤਾਂ ਉਸ ਦੇ ਚਿਹਰੇ ਦੀ ਥਕਾਨ ਦਾ ਅਸਰ ਸਾਫ਼ ਦਿਖਾਈ ਦਿੰਦਾ ਤੇ ਅਗਲੇ ਹੀ ਦਿਨ ਮੇਰੀ ਸੱਸ ਚੋਰੀ ਰੋ ਰਹੀ ਹੁੰਦੀ। ਇਸ ਤਰ੍ਹਾਂ ਹੀ ਹੌਲੀ ਸਮਾਂ ਗੁਜ਼ਰਦਾ ਗਿਆ ਤੇ ਮੇਰੀ ਬੇਟੀ ਵੀ ਜਵਾਨ ਹੋਣ ਲੱਗੀ। ਮੇਰੀ ਸੱਸ ਨੇ ਮੇਰੀ ਬੇਟੀ ਦਾ ਮੱਥਾ ਚੁੰਮਿਆ ਤੇ ਕਹਿਣ ਲੱਗੀ, ਮੈਂ ਚਾਹੁੰਦੀ ਹਾਂ ਕਿ ਪਿੰਡ ਦੀਆਂ ਸਾਰੀਆਂ ਕੁੜੀਆਂ ਦੀ ਤਰ੍ਹਾਂ ਤੇਰੇ ਦਾਦਾ ਦੇ ਹੱਥ ਤੇਰੀ ਕਿਸਮਤ ਵੀ ਚਮਕ ਜਾਵੇ। ਆਪਣੀ ਸੱਸ ਦੀਆਂ ਇਹ ਗੱਲਾਂ ਸੁਣ ਕੇ ਮੇਰੀ ਤਾਂ ਜਾਨ ਨਿਕਲ ਗਈ ਕਿ ਮੇਰੀ ਬੇਟੀ ਦੇ ਵਾਲ ਕਟਵਾਉਣ ਦੇ ਲਈ ਵੀ ਮੇਰੇ ਸਹੁਰੇ ਦੇ ਹਵਾਲੇ ਕਰਨ ਜਾ ਰਹੀ ਆ। ਮੈਂ ਤਾਂ ਇਹ ਸੋਚ ਕੇ ਹੀ ਪਰੇਸ਼ਾਨ ਸੀ ਕਿ ਪਿੰਡ ਦੀਆਂ ਦੂਜੀਆਂ ਲੜਕੀਆਂ ਦੀ ਤਰ੍ਹਾਂ ਮੇਰੀ ਬੇਟੀ ਨੂੰ ਵੀ ਸਭ ਦੇ ਮਜ਼ਾਕ ਦਾ ਨਿਸ਼ਾਨਾ ਬਣਨਾ ਪਵੇਗਾ। ਮੇਰੀ ਬੇਟੀ ਰੋਣ ਲੱਗੀ ਤੇ ਰੋਂਦੇ ਕਮਰੇ ਵਿੱਚ ਚਲੀ ਗਈ। ਮੈਂ ਵੀ ਉਸਦੇ ਪਿੱਛੇ ਕਮਰੇ ਵਿੱਚ ਗਈ ਤਾਂ ਉਸਨੇ ਮੇਰੇ ਸਾਹਮਣੇ ਹੱਥ ਜੋੜ ਦਿੱਤੇ ਤੇ ਕਹਿਣ ਲੱਗੀ ਕਿ ਮਾਂ, ਮੈਂ ਕਿਸੇ ਵੀ ਹਾਲਤ ਵਿੱਚ ਵਾਲ ਨਹੀਂ ਕਟਵਾਉਣਾ ਚਾਹੁੰਦੀ। ਅਜਿਹਾ ਤਾਂ ਮੈਂ ਵੀ ਨਹੀਂ ਚਾਹੁੰਦੀ ਸੀ। ਇੰਨੀ ਹੀ ਦੇਰ ਵਿੱਚ ਮੇਰੀ ਸੱਸ ਵੀ ਮੇਰੇ ਕਮਰੇ 'ਚ ਆ ਗਈ ਤੇ ਮੇਰੀ ਬੇਟੀ ਨੂੰ ਕਹਿਣ ਲੱਗੀ ਕਿ ਤੂੰ ਕਿਉਂ ਨਹੀਂ ਜਾਣਦੀ ਤੇ ਤੇਰੇ ਦਾਦਾ ਦੀ ਵਜ੍ਹਾ ਨਾਲ ਕਿਵੇਂ ਪਿੰਡ ਦੀਆਂ ਲੜਕੀਆਂ ਦੀ ਕਿਸਮਤ ਬਦਲ ਜਾਂਦੀ ਆ। ਜਿਸ ਦੇ ਵੀ ਵਾਲ ਅੱਜ ਤੱਕ ਤੇਰੇ ਦਾਦਾ ਜੀ ਨੇ ਕੱਟੇ ਆ, ਕੁਝ ਹੀ ਦਿਨਾਂ ਵਿੱਚ ਉਸਦਾ ਵਿਆਹ ਬਹੁਤ ਧੂਮਧਾਮ ਨਾਲ ਹੋ ਗਿਆ ਤੇ ਬਹੁਤ ਹੀ ਚੰਗੀ ਜਗ੍ਹਾ ਉਹਨਾਂ ਦਾ ਵਿਆਹ ਹੋਇਆ। ਐਵੇਂ ਤਾਂ ਨਹੀਂ ਪਿੰਡ ਵਾਲੇ ਆਪਣੀਆਂ ਬੇਟੀਆਂ ਨੂੰ ਤੇਰੇ ਦਾਦਾ ਦੇ ਹਵਾਲੇ ਕਰਕੇ ਜਾਂਦੇ। ਜਦੋਂ ਉਹ ਤੇਰੇ ਦਾਦਾ ਜੀ ਤੋਂ ਇਸ ਕੰਮ ਲਈ ਫਾਇਦਾ ਉਠਾ ਸਕਦੇ ਆ ਤੇ ਫਿਰ ਆਪਾਂ ਘਰ ਵਾਲੇ ਕਿਉਂ ਨਹੀਂ। ਤੇ ਤੂੰ ਸਾਡੇ ਘਰ ਦੀ ਬੇਟੀ ਆ। ਮੈਂ ਆਪਣੀ ਸੱਸ ਨੂੰ ਮਨਾ ਕੀਤਾ, ਪਰ ਮੇਰੇ ਲੱਖ ਮਨਾ ਕਰਨ ਤੇ ਵੀ ਮੇਰੀ ਸੱਸ ਨੇ ਮੇਰੇ ਸਹੁਰੇ ਨੂੰ ਬੁਲਾਇਆ ਤੇ ਉਸ ਨੂੰ ਕਿਹਾ ਕਿ ਅੱਜ ਦੀ ਰਾਤ ਤੁਸੀਂ ਆਪਣੀ ਪੋਤੀ ਦੇ ਵਾਲ ਕੱਟਣੇ ਹਨ। ਇਹ ਸੁਣਦੇ ਹੀ ਮੇਰੇ ਸਹੁਰੇ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ। ਉਹ ਕਹਿਣ ਲੱਗੇ, ਆਪਣੀ ਪੋਤੀ ਵੀ ਬਾਲਗ ਹੋ ਗਈ ਆ। ਮੇਰੀ ਸੱਸ ਮੁਸਕਰਾਉਂਦੇ ਹੋਏ ਕਹਿਣ ਲੱਗੀ, ਹਾਂ, ਹੁਣ ਆਪਣੀ ਪੋਤੀ ਦੀ ਵਾਰੀ ਆ। ਆਪਾਂ ਤਾਂ ਇਸ ਦਾ ਵਿਆਹ ਬੜੀ ਧੂਮਧਾਮ ਨਾਲ ਚੰਗੀ ਜਗ੍ਹਾ ਕਰਾਂਗੇ ਅਤੇ ਇਸ ਦੇ ਵਾਲਾਂ ਉੱਤੇ ਜੇ ਤੁਹਾਡਾ ਹੱਥ ਲੱਗ ਗਿਆ ਤਾਂ ਇਸ ਦੀ ਕਿਸਮਤ ਚਮਕ ਉੱਠੇਗੀ। ਇਹ ਕਹਿ ਕੇ ਮੇਰੀ ਸੱਸ ਨੇ ਮੇਰੀ ਬੇਟੀ ਨੂੰ ਮੇਰੇ ਸਹੁਰੇ ਦੇ ਨਾਲ ਛੱਤ 'ਤੇ ਭੇਜ ਦਿੱਤਾ। ਮੈਂ ਆਪਣੀ ਬੇਟੀ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕਰ ਰਹੀ ਸੀ, ਪਰ ਮੇਰੀ ਸੱਸ ਜ਼ਬਰਦਸਤੀ ਉਸ ਨੂੰ ਛੱਤ 'ਤੇ ਛੱਡ ਕੇ ਵਾਪਸ ਆ ਗਈ। ਮੈਂ ਆਪਣੀ ਸੱਸ ਦੇ ਅੱਗੇ ਹੱਥ ਜੋੜੇ ਖੜੀ ਸੀ, ਉਸ ਦੇ ਅੱਗੇ ਮਿੰਨਤਾਂ ਕਰ ਰਹੀ ਸੀ ਕਿ ਮੇਰੀ ਬੇਟੀ ਦੇ ਵਾਲ ਨਾ ਕੱਟੋ ਤੇ ਮੇਰੀ ਬੇਟੀ ਵੀ ਬਹੁਤ ਰੋ ਰਹੀ ਸੀ ਕਿਉਂਕਿ ਉਹ ਗੰਜਾ ਨਹੀਂ ਹੋਣਾ ਚਾਹੁੰਦੀ ਸੀ। ਮੈਂ ਆਪਣੀ ਬੇਟੀ ਦੇ ਲਈ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਸੀ।
ਤੇ ਬਸ ਰੋਈ ਜਾ ਰਹੀ ਸੀ। ਮੇਰੀ ਸੱਸ ਬਸ ਸਮਝਾ ਰਹੀ ਸੀ ਕਿ ਰੋਣ ਦਾ ਕੋਈ ਫਾਇਦਾ ਨਹੀਂ, ਤੂੰ ਆਪਣੀ ਬੇਟੀ ਦੇ ਫਾਇਦੇ ਦੇ ਬਾਰੇ ਸੋਚ ਕੇ ਜੇ ਤੇਰੀ ਬੇਟੀ ਦਾ ਵਿਆਹ ਕਿਸੇ ਚੰਗੇ ਪਰਿਵਾਰ 'ਚ ਹੋ ਜਾਵੇਗਾ ਤਾਂ ਤੇਰੇ ਪਤੀ ਦੀ ਆਤਮਾ ਨੂੰ ਵੀ ਸ਼ਾਂਤੀ ਮਿਲੇਗੀ। ਆਖਿਰ ਉਸ ਦੀ ਇਕਲੌਤੀ ਬੇਟੀ ਦੀ ਜ਼ਿੰਦਗੀ ਦਾ ਸਵਾਲ ਆ। ਮੈਂ ਆਪਣੀ ਸੱਸ ਨੂੰ ਕਿਹਾ ਕਿ ਇਹ ਸਭ ਮਨਘੜਤ ਗੱਲਾਂ ਹਨ ਤੇ ਮੈਂ ਇਹਨਾਂ ਗੱਲਾਂ 'ਤੇ ਯਕੀਨ ਨਹੀਂ ਕਰਦੀ। ਥੋੜ੍ਹੀ ਦੇਰ ਬਾਅਦ ਮੇਰੀ ਬੇਟੀ ਰੋਂਦੀ ਹੋਈ ਮੈਨੂੰ ਆ ਕੇ ਲਿਪਟ ਗਈ। ਮੈਂ ਦੇਖਿਆ ਕਿ ਮੇਰੀ ਬੇਟੀ ਦੇ ਵਾਲ ਸਹੀ ਸਲਾਮਤ ਸੀ। ਇਹ ਦੇਖ ਕੇ ਮੇਰੀ ਸੱਸ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ ਤੇ ਉਸਨੇ ਵਾਲ ਕੱਟੇ ਹੋਏ ਨਹੀਂ ਸਨ, ਬਲਕਿ ਬਿਲਕੁਲ ਠੀਕ ਸੀ। ਮੈਂ ਆਪਣੀ ਬੇਟੀ ਨੂੰ ਕਮਰੇ ਵਿੱਚ ਲੈ ਗਈ ਤੇ ਕਮਰੇ ਦਾ ਦਰਵਾਜ਼ਾ ਅੰਦਰ ਤੋਂ ਬੰਦ ਕਰ ਲਿਆ। ਮੈਂ ਆਪਣੀ ਬੇਟੀ ਨੂੰ ਪੁੱਛਿਆ ਕਿ ਤੇਰੇ ਨਾਲ ਦਾਦਾ ਜੀ ਨੇ ਕੀ ਕੀਤਾ। ਮੇਰੀ ਬੇਟੀ ਨੇ ਦੱਸਿਆ ਕਿ ਦਾਦਾ ਜੀ ਨੇ ਪਹਿਲਾਂ ਤਾਂ ਆਪਣਾ ਬਲੈਕ ਕਲਰ ਦਾ ਕੁੜਤਾ ਪਹਿਨਿਆ ਤੇ ਉਸ ਦੇ ਬਾਅਦ ਮੇਰੇ ਸਾਹਮਣੇ ਆ ਕੇ ਬੈਠ ਗਏ। ਮੇਰੇ ਦਾਦਾ ਜਦੋਂ ਮੇਰੇ ਕਰੀਬ ਆਏ ਤਾਂ ਮੇਰੀ ਜਾਨ ਨਿਕਲ ਗਈ ਤੇ ਫਿਰ ਜਿਵੇਂ ਹੀ ਦਾਦਾ ਜੀ ਨੇ ਮੇਰੇ ਸਿਰ ਤੇ ਹੱਥ ਰੱਖਿਆ ਤਾਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਦਾਦਾ ਜੀ ਨੇ ਮੈਨੂੰ ਆਪਣੇ ਕਰੀਬ ਕੀਤਾ ਤੇ ਮੈਨੂੰ ਆਪਣੇ ਸੀਨੇ ਨਾਲ ਲਾ ਲਿਆ। ਮਾਂ ਮੈਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਮੇਰਾ ਦਮ ਘੁੱਟ ਜਾਵੇਗਾ, ਕਿਉਂਕਿ ਦਾਦਾ ਜੀ ਨੇ ਮੈਨੂੰ ਬਹੁਤ ਮਜ਼ਬੂਤੀ ਨਾਲ ਫੜਿਆ ਹੋਇਆ ਸੀ। ਤੇ ਫਿਰ ਮੈਨੂੰ ਮਹਿਸੂਸ ਹੋਇਆ ਕਿ ਦਾਦਾ ਜੀ ਦੇ ਗਰਮ ਹੰਝੂ ਮੇਰੀਆਂ ਗੱਲਾਂ ਉੱਤੇ ਆਣ ਡਿੱਗੇ। ਮੈਂ ਹੈਰਾਨ ਹੋ ਗਈ ਤੇ ਦਾਦਾ ਜੀ ਨੂੰ ਕਹਿਣ ਲੱਗੀ, ਤੁਸੀਂ ਰੋ ਕਿਉਂ ਰਹੇ ਹੋ? ਕਾਫੀ ਦੇਰ ਬਾਅਦ ਜਦੋਂ ਦਾਦਾ ਜੀ ਨੇ ਮੈਨੂੰ ਖੁਦ ਨਾਲੋਂ ਅਲੱਗ ਕੀਤਾ ਤੇ ਉਹਨਾਂ ਦੀਆਂ ਅੱਖਾਂ ਲਾਲ ਹੋ ਗਈਆਂ ਤੇ ਹੰਝੂਆਂ ਨਾਲ ਉਹਨਾਂ ਦਾ ਚਿਹਰਾ ਭਿੱਜ ਗਿਆ। ਤੇ ਜ਼ਿਆਦਾ ਨਹੀਂ, ਮੈਨੂੰ ਉਹਨਾਂ ਨੇ ਸਿਰਫ ਇੱਕ ਗੱਲ ਹੀ ਦੱਸੀ ਆ ਜਿਸ ਨੂੰ ਸੁਣ ਕੇ ਮੇਰੇ ਹੋਸ਼ ਉੱਡ ਗਏ। ਦਾਦਾ ਜੀ ਨੇ ਮੈਨੂੰ ਦੱਸਿਆ ਕਿ ਮੇਰੀ ਬੇਟੀ, ਮੈਂ ਤੇਰੇ ਵਾਲ ਨਹੀਂ ਕੱਟ ਸਕਦਾ, ਮੈਂ ਤੇਰੇ ਨਾਲ ਕੁਝ ਗਲਤ ਨਹੀਂ ਕਰ ਸਕਦਾ, ਤੂੰ ਮੇਰਾ ਆਪਣਾ ਖੂਨ ਆ, ਤੂੰ ਮੇਰੇ ਇਕਲੌਤੇ ਬੇਟੇ ਦੀ ਨਿਸ਼ਾਨੀ ਆ, ਤੇਰੀ ਚਾਹਤ ਮੇਰੇ ਘਰ ਦੀ ਛੱਤ ਆ। ਮਾਂ ਦਾਦਾ ਜੀ ਦੀਆਂ ਗੱਲਾਂ ਮੈਨੂੰ ਬਿਲਕੁਲ ਸਮਝ ਨਹੀਂ ਆ ਰਹੀਆਂ ਸੀ, ਪਰ ਦਾਦਾ ਜੀ ਦੇ ਸ਼ਬਦਾਂ ਨੇ ਮੈਨੂੰ ਚੌਂਕਣ ਤੇ ਮਜਬੂਰ ਕਰ ਦਿੱਤਾ। ਮੈਂ ਦਾਦਾ ਜੀ ਨੂੰ ਕਿਹਾ ਕਿ ਆਖਰ ਤੁਸੀਂ ਕੀ ਕਰਨਾ ਚਾਹੁੰਦੇ ਹੋ? ਤਾਂ ਦਾਦਾ ਜੀ ਨੇ ਮੈਨੂੰ ਵਾਪਸ ਤੁਹਾਡੇ ਕੋਲ ਆਉਣ ਲਈ ਕਹਿ ਦਿੱਤਾ ਤੇ ਕਹਿਣ ਲੱਗੇ, ਤੂੰ ਵਾਪਸ ਆਪਣੀ ਮਾਂ ਦੇ ਕੋਲ ਚਲੀ ਜਾ ਤੇ ਆਪਣੀ ਮਾਂ ਨੂੰ ਕਹਿਣਾ ਕਿ ਦਾਦਾ ਜੀ ਮੇਰੇ ਵਾਲ ਨਹੀਂ ਕੱਟ ਰਹੇ। ਤੇ ਮੈਂ ਤੁਹਾਡੇ ਕੋਲ ਭੱਜੀ ਆਈ। ਆਪਣੀ ਬੇਟੀ ਦੀਆਂ ਸਾਰੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ ਤੇ ਮੈਂ ਆਪਣੇ ਸਹੁਰੇ ਦੇ ਕਮਰੇ ਵੱਲ ਚੱਲ ਪਈ। ਮੇਰੀ ਬੇਟੀ ਵੀ ਮੇਰੇ ਨਾਲ ਹੀ ਸੀ। ਜਦੋਂ ਮੈਂ ਆਪਣੇ ਸਹੁਰੇ ਦੇ ਕਮਰੇ ਵਿੱਚ ਗਈ ਤਾਂ ਮੇਰੇ ਸਹੁਰਾ ਸਾਹਿਬ ਮੇਰੀ ਸੱਸ ਦੇ ਪੈਰਾਂ 'ਚ ਬੈਠੇ ਉੱਚੀ ਰੋ ਰਹੇ ਸੀ। ਮੇਰੀ ਸੱਸ ਤੋਂ ਮਾफ़ੀ ਮੰਗ ਰਹੇ ਸੀ। ਮੇਰੀ ਸੱਸ ਵੀ ਸਿਸਕ ਕੇ ਰੋ ਰਹੀ ਸੀ। ਇਹ ਸਭ ਦੇਖ ਕੇ ਮੈਂ ਪਰੇਸ਼ਾਨ ਹੋ ਗਈ ਤੇ ਉਹਨਾਂ ਦੋਹਾਂ ਨੂੰ ਪੁੱਛਣ ਲੱਗੀ ਕਿ ਮਸਲਾ ਕੀ ਆ, ਮੈਨੂੰ ਵੀ ਪਤਾ ਲੱਗੇ। ਤੁਸੀਂ ਦੋਨੋਂ ਕਿੰਨੀ ਦੇਰ ਤੋਂ ਇੱਕ ਦੂਜੇ ਦੇ ਕੋਲ ਬੈਠੇ ਰੋ ਰਹੇ ਹੋ? ਮੇਰੇ ਸਹੁਰੇ ਨੇ ਜਦੋਂ ਮੇਰੀਆਂ ਤੇ ਮੇਰੀ ਬੇਟੀ ਦੀਆਂ ਅੱਖਾਂ ਵਿੱਚ ਹੰਝੂ ਦੇਖੇ ਤਾਂ ਉਹ ਮੈਨੂੰ ਕਰੀਬ ਆ ਕੇ ਕਹਿਣ ਲੱਗੇ, ਅੱਜ ਮੈਂ ਤੈਨੂੰ ਇੱਕ ਸੱਚਾਈ ਦੇ ਬਾਰੇ ਦੱਸਣਾ ਚਾਹੁੰਦਾ ਤੇ ਤੁਹਾਡੇ ਸਾਹਮਣੇ ਇੱਕ ਰਾਜ਼ ਖੋਲ੍ਹਣਾ ਚਾਹੁੰਦਾ ਜਿਸ ਨੂੰ ਸੁਣ ਕੇ ਤੁਹਾਡਾ ਸਰੀਰ ਕੰਬਣ ਲੱਗ ਜਾਵੇਗਾ। ਮੇਰੇ ਸਹੁਰੇ ਨੇ ਜਦੋਂ ਮੈਨੂੰ ਰੋਂਦੇ ਹੋਏ ਦੇਖਿਆ ਤਾਂ ਅੱਜ ਤੋਂ ਕੋਈ ਸਾਲ ਪਹਿਲਾਂ ਦੀ ਗੱਲ ਆ। ਮੈਂ ਇਸ ਪਿੰਡ ਦੇ ਚੌਧਰੀ ਦਾ ਖਾਸ ਨਾਈ ਸੀ ਤੇ ਮੈਂ ਸਿਰਫ ਚੌਧਰੀ ਦੇ ਹੀ ਵਾਲ ਕੱਟਿਆ ਕਰਦਾ ਸੀ। ਪਿੰਡ ਦਾ ਚੌਧਰੀ ਬਹੁਤ ਅਜਾਸ ਕਿਸਮ ਦਾ ਆਦਮੀ ਸੀ ਤੇ ਉਸ ਦੀ ਆਦਤ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ, ਪਰ ਮੇਰੀ ਮਜਬੂਰੀ ਸੀ, ਮੈਨੂੰ ਇਹ ਨੌਕਰੀ ਕਰਨੀ ਪੈ ਰਹੀ ਸੀ। ਅਤੇ ਫਿਰ ਇੱਕ ਦਿਨ ਪਿੰਡ ਦੇ ਚੌਧਰੀ ਨੇ ਮੈਨੂੰ ਨੌਕਰੀ ਤੋਂ ਕੱਢ ਕੇ ਇੱਕ ਨਵਾਂ ਕੰਮ ਸੌਂਪ ਦਿੱਤਾ, ਪਰ ਜੋ ਕੰਮ ਉਸਨੇ ਮੈਨੂੰ ਦੱਸਿਆ ਉਹ ਕੰਮ ਕਰਨ ਨੂੰ ਮੈਂ ਤਿਆਰ ਨਹੀਂ ਸੀ ਤੇ ਉਸਦੇ ਘਰ ਤੋਂ ਕੰਮ ਹੀ ਛੱਡ ਦਿੱਤਾ ਸੀ। ਉਸ ਦੇ ਬਾਅਦ ਮੈਂ ਪਿੰਡ ਵਿੱਚ ਆਪਣੀ ਦੁਕਾਨ ਖੋਲ੍ਹ ਲਈ ਸੀ। ਜਦੋਂ ਮੇਰਾ ਬੇਟਾ ਕਮਾਉਂਦਾ ਸੀ ਤਾਂ ਮੈਨੂੰ ਇੰਨੀ ਪਰੇਸ਼ਾਨੀ ਨਹੀਂ ਹੁੰਦੀ ਸੀ। ਚੌਧਰੀ ਮੈਨੂੰ ਦੁਕਾਨ 'ਤੇ ਆ ਕੇ ਬਹੁਤ ਪਰੇਸ਼ਾਨ ਕਰਿਆ ਕਰਦਾ ਤੇ ਮੈਨੂੰ ਇਸ ਕੰਮ ਲਈ ਰਜ਼ਾਮੰਦ ਕਰਨਾ ਚਾਹੁੰਦਾ ਸੀ, ਲੇਕਿਨ ਮੈਂ ਉਸਦੇ ਇਸ ਘਿਨਾਉਣੇ ਕੰਮ ਵਿੱਚ ਕਦੇ ਵੀ ਸਾਥ ਨਹੀਂ ਦੇਣਾ ਚਾਹੁੰਦਾ ਸੀ। ਤੇ ਇੱਕ ਦਿਨ ਅਜਿਹਾ ਹੋਇਆ ਕਿ ਮੇਰਾ ਬੇਟਾ ਇਸ ਦੁਨੀਆ ਤੋਂ ਚਲਿਆ ਗਿਆ। ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ 'ਤੇ ਆ ਗਈ। ਚੌਧਰੀ ਨੇ ਮੇਰਾ ਜੀਣਾ ਦੁੱਭਰ ਕਰ ਦਿੱਤਾ। ਇਹ ਗੱਲ ਮੈਂ ਕਦੇ ਬੇਟੇ ਨੂੰ ਵੀ ਨਹੀਂ ਦੱਸੀ ਸੀ। ਉਹ ਚਾਹੁੰਦਾ ਸੀ ਕਿ ਮੈਂ ਕਿਸੇ ਵੀ ਤਰ੍ਹਾਂ ਉਸ ਦੀ ਗੱਲ ਮੰਨ ਲਾਂ, ਜੋ ਉਹ ਕਹਿੰਦਾ ਉਹ ਕਰਨਾ ਸ਼ੁਰੂ ਕਰ ਦੇਵਾਂ। ਮੈਂ ਬਹੁਤ ਖੁਦਾਰ ਆਦਮੀ ਸੀ, ਉਸ ਦੀ ਗੱਲ ਨਹੀਂ ਮੰਨਣਾ ਚਾਹੁੰਦਾ ਸੀ। ਭਲੇ ਹੀ ਮੈਂ ਉਸ ਦੇ ਘਰੋਂ ਕੰਮ ਕਰਨਾ ਛੱਡ ਦਿੱਤਾ ਅਤੇ ਜਦੋਂ ਮੈਂ ਆਪਣੀ ਖੁਦ ਦੀ ਦੁਕਾਨ ਕਰ ਲਈ ਤਾਂ ਉਹ ਮੈਨੂੰ ਦੁਕਾਨ 'ਤੇ ਆ ਕੇ ਤੰਗ ਕਰਨ ਲੱਗਿਆ। ਮੇਰੇ ਬੇਟੇ ਦੀ ਕਮਾਈ ਚੰਗੀ ਸੀ, ਉਸ ਦੇ ਨਾਲ ਘਰ ਦਾ ਸਾਰਾ ਖਰਚ ਚੱਲੀ ਜਾਂਦਾ ਸੀ। ਇਸ ਲਈ ਮੈਂ ਚੌਧਰੀ ਦੇ ਤੰਗ ਕਰਨ ਦੀ ਗੱਲ ਨਾਲ ਆਪਣੇ ਦਿਮਾਗ ਵਿੱਚ ਕਿਸੇ ਤਰ੍ਹਾਂ ਦਾ ਬੋਝ ਨਹੀਂ ਪਾਇਆ ਸੀ। ਜਦੋਂ ਮੇਰਾ ਬੇਟਾ ਇਸ ਦੁਨੀਆ ਤੋਂ ਚਲਿਆ ਗਿਆ ਤਾਂ ਘਰ ਵਿੱਚ ਪਰੇਸ਼ਾਨੀਆਂ ਆਉਣ ਲੱਗੀਆਂ ਤੇ ਮੈਨੂੰ ਸਿਰਫ ਇਹੀ ਰਸਤਾ ਠੀਕ ਲੱਗਿਆ ਕਿ ਮੈਂ ਚੌਧਰੀ ਦੇ ਸਾਹਮਣੇ ਹਾਰ ਮੰਨ ਲਈ ਤੇ ਉਸ ਦਾ ਕੰਮ ਕਰਨ ਦੇ ਲਈ ਰਾਜ਼ੀ ਹੋ ਗਿਆ। ਚੌਧਰੀ ਨੇ ਸਾਰੇ ਪਿੰਡ ਵਿੱਚ ਇਹ ਗੱਲ ਮਸ਼ਹੂਰ ਕਰ ਦਿੱਤੀ ਕਿ ਮੇਰੇ ਹੱਥ ਵਿੱਚ ਬਹੁਤ ਜਾਦੂ ਆ ਤੇ ਮੈਂ ਜਿਸ ਦੇ ਵੀ ਵਾਲ ਕੱਟਦਾ ਉਸ ਦੀ ਕਿਸਮਤ ਸਵਰ ਜਾਂਦੀ ਆ। ਇੱਥੋਂ ਤੱਕ ਕਿ ਪਿੰਡ ਦੇ ਚੌਧਰੀ ਨੇ ਇਹ ਵੀ ਕਿਹਾ ਸੀ ਕਿ ਮੇਰੀ ਵੀ ਜ਼ਮੀਨ ਵਧਣ ਫੁੱਲਣ ਲੱਗੀ ਆ, ਕਿਉਂਕਿ ਇਹ ਵੀ ਇਸ ਦੇ ਨਾਲ ਹੀ ਹੋਇਆ। ਮੈਂ ਉਸ ਦੇ ਵਾਲਾਂ ਵਿੱਚ ਹੱਥ ਲਗਾਉਂਦਾ ਸੀ।
ਸਾਰੇ ਹੀ ਪਿੰਡ ਵਾਲੇ ਅਨਪੜ੍ਹ ਤੇ ਸਿੱਧੇ ਸਾਦੇ ਲੋਕ ਸੀ। ਉਹਨਾਂ ਦੇ ਲਈ ਪਿੰਡ ਦੇ ਚੌਧਰੀ ਦੀ ਹਰ ਗੱਲ ਸਹੀ ਹੁੰਦੀ ਸੀ। ਉਹ ਪਿੰਡ ਦੇ ਚੌਧਰੀ ਦੀਆਂ ਗੱਲਾਂ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਂਦੇ ਸੀ ਤੇ ਉਸ ਦੇ ਬਾਅਦ ਪਿੰਡ ਦੇ ਚੌਧਰੀ ਨੇ ਪਿੰਡ ਵਿੱਚ ਇਹ ਗੱਲ ਫੈਲਾ ਦਿੱਤੀ ਕਿ ਮੈਂ ਕਿਸੇ ਬਾਲਕ ਕੁੜੀ ਦੇ ਨਾਲ ਵਾਲ ਕੱਟੂੰਗਾ ਤਾਂ ਉਸ ਦੀ ਕਿਸਮਤ ਬਦਲ ਜਾਵੇਗੀ ਤੇ ਉਸ ਦਾ ਵਿਆਹ ਬਹੁਤ ਵਧੀਆ ਘਰੇ ਹੋ ਜਾਵੇਗਾ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਚੌਧਰੀ ਇਹ ਸਭ ਮੇਰੇ ਤੋਂ ਹੀ ਕਿਉਂ ਕਰਵਾਉਣਾ ਚਾਹੁੰਦਾ ਸੀ। ਚੌਧਰੀ ਸਾਹਿਬ ਨੇ ਮੈਨੂੰ ਲੱਖਾਂ ਰੁਪਈਆ ਦੇਣ ਦਾ ਵਾਅਦਾ ਕੀਤਾ ਤੇ ਕਿਹਾ ਮੈਂ ਬਸ ਇਸ ਪਿੰਡ ਦੀ ਜਵਾਨ ਹੋਣ ਵਾਲੀ ਕੁੜੀ ਦੇ ਵਾਲ ਕੱਟਾਂ। ਪੈਸੇ ਦੇ ਲਾਲਚ ਵਿੱਚ ਆ ਕੇ ਮੈਂ ਇਹ ਸਭ ਕੰਮ ਕਰਨ ਨੂੰ ਤਿਆਰ ਹੋ ਗਿਆ, ਕਿਉਂਕਿ ਘਰ ਵਿੱਚ ਵੀ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਮੈਂ ਪਰੇਸ਼ਾਨ ਰਹਿੰਦਾ ਸੀ। ਮੈਨੂੰ ਲੱਗਿਆ ਕਿ ਇਸ ਵਿੱਚ ਕੋਈ ਗਲਤ ਗੱਲ ਨਹੀਂ ਹੋਵੇਗੀ ਤੇ ਫਿਰ ਜਦੋਂ ਪਿੰਡ ਵਾਲੇ ਇਹ ਸੋਚ ਕੇ ਆਪਣੀ ਨਵੀਂ ਬਾਲਗ ਬੇਟੀ ਨੂੰ ਮੇਰੇ ਕੋਲ ਲਿਆਉਣ ਲੱਗੇ ਤਾਂ ਉਸ ਦੀ ਕਿਸਮਤ ਬਦਲਣ ਲੱਗੀ। ਇਸ ਲਈ ਮੈਂ ਵੀ ਖੁਸ਼ੀ-ਖੁਸ਼ੀ ਰਾਤ ਨੂੰ ਹਨੇਰੇ ਵਿੱਚ ਉਸ ਦੇ ਵਾਲ ਕੱਟ ਦਿਆ ਕਰਦਾ ਸੀ ਤੇ ਬਦਲੇ ਵਿੱਚ ਚੌਧਰੀ ਮੈਨੂੰ ਬਹੁਤ ਸਾਰੇ ਪੈਸੇ ਦੇ ਦਿੰਦਾ ਸੀ। ਕਈ ਸਾਲਾਂ ਤੱਕ ਇਹ ਸਿਲਸਿਲਾ ਇਸ ਤਰ੍ਹਾਂ ਹੀ ਚੱਲ ਰਿਹਾ ਸੀ। ਫਿਰ ਇੱਕ ਦਿਨ ਮੈਨੂੰ ਤੇਰੀ ਦਾਦੀ ਨੇ ਦੱਸਿਆ ਕਿ ਜਿਨ੍ਹਾਂ ਕੁੜੀਆਂ ਦੇ ਵਾਲ ਕੱਟੇ ਜਾਂਦੇ ਨੇ ਉਹਨਾਂ ਦੇ ਨਾਲ ਚੌਧਰੀ ਬਹੁਤ ਗੰਦਾ ਖੇਡ ਖੇਡਦਾ ਤੇ ਇਹ ਜਾਣ ਕੇ ਤਾਂ ਮੇਰੇ ਲੂੰ ਕੰਡੇ ਖੜੇ ਹੋ ਗਏ। ਮੈਂ ਚੌਧਰੀ ਦੇ ਇਸ ਗੰਦੇ ਖੇਡ ਵਿੱਚ ਬੁਰੀ ਤਰ੍ਹਾਂ ਫਸ ਚੁੱਕਿਆ ਹਾਂ ਤੇ ਹੁਣ ਮੈਂ ਖੁਦ ਵੀ ਚਾਹ ਕੇ ਨਹੀਂ ਬਚ ਸਕਦਾ ਤੇ ਅੱਜ ਤੱਕ ਮੈਂ ਉਹਨਾਂ ਦੇ ਖੇਡ ਦਾ ਸ਼ਿਕਾਰ ਹਾਂ। ਤੇਰੀ ਸੱਸ ਨੂੰ ਇਸ ਬਾਰੇ ਵਿੱਚ ਚੌਧਰੀ ਦੀ ਹਵੇਲੀ ਵਿੱਚ ਕਿਸੇ ਨੌਕਰਾਣੀ ਨੇ ਦੱਸਿਆ ਕਿ ਤੇਰੀ ਸੱਸ ਨੇ ਇਹ ਗੱਲ ਫਿਰ ਮੈਨੂੰ ਦੱਸੀ। ਮੈਨੂੰ ਬੜਾ ਅਫਸੋਸ ਹੋਇਆ ਕਿ ਮੈਂ ਕਿੰਨਾ ਗਲਤ ਕੰਮ ਕਰ ਰਿਹਾ। ਚੌਧਰੀ ਸਾਹਿਬ ਨੂੰ ਘੱਟ ਉਮਰ ਦੀਆਂ ਨਵੀਆਂ ਜਵਾਨ ਲੜਕੀਆਂ ਦੇ ਨਾਲ ਆਪਣੀ ਹਵਸ ਪੂਰੀ ਕਰਨ ਦਾ ਸ਼ੌਂਕ ਸੀ ਤੇ ਪਿੰਡ ਵਿੱਚ ਇਸ ਗੱਲ ਨੂੰ ਬਹੁਤ ਜ਼ਿਆਦਾ ਲੁਕੋਇਆ ਜਾਂਦਾ ਸੀ ਕਿ ਕੋਈ ਲੜਕੀ ਜਦੋਂ ਜਵਾਨ ਹੋਈ ਤਾਂ ਚੌਧਰੀ ਸਾਹਿਬ ਨੇ ਖੇਡ ਰਚਾਇਆ ਤੇ ਮੈਂ ਉਸ ਦੀਆਂ ਗੱਲਾਂ 'ਚ ਆ ਗਿਆ। ਜਵਾਨ ਹੋਣ ਵਾਲੀ ਲੜਕੀ ਜਿਵੇਂ ਹੀ ਮੇਰੇ ਕੋਲ ਆ ਕੇ ਵਾਲ ਕਟਵਾਉਣ ਚੌਧਰੀ ਸਾਹਿਬ ਨੂੰ ਇਸ ਗੱਲ ਦੀ ਖਬਰ ਹੋ ਜਾਂਦੀ ਕਿ ਇਹ ਕੁੜੀ ਜਵਾਨ ਹੋ ਚੁੱਕੀ ਆ। ਉਹ ਉਸ ਦੇ ਨਾਲ ਆਪਣੀ ਹਵਸ ਪੂਰੀ ਕਰਨ ਦੇ ਲਈ ਕੋਈ ਨਵਾਂ ਖੇਡ ਰਚਾ ਕੇ ਉਸ ਨੂੰ ਆਪਣੀ ਹਵੇਲੀ ਬੁਲਾ ਲਿਆ ਕਰਦਾ ਤੇ ਪਿੰਡ ਦੀ ਹਰ ਬਾਲਗ ਲੜਕੀ ਉਸ ਦੀ ਗੰਦਗੀ ਤੇ ਉਸ ਦੀ ਹਵਸ ਦਾ ਸ਼ਿਕਾਰ ਬਣ ਜਾਂਦੀ। ਹੁਣ ਮੈਂ ਇਸ ਕੰਮ ਵਿੱਚ ਬੁਰੀ ਤਰ੍ਹਾਂ ਨਾਲ ਫਸ ਚੁੱਕਿਆ ਹਾਂ, ਇੱਥੋਂ ਤੱਕ ਕਿ ਚੌਧਰੀ ਸਾਹਿਬ ਹੁਣ ਮੈਨੂੰ ਬਲੈਕਮੇਲ ਵੀ ਕਰਨ ਲੱਗਿਆ ਕਿ ਜੇ ਇਹ ਗੱਲ ਕਿਸੇ ਦੇ ਸਾਹਮਣੇ ਖੋਲ੍ਹਣ ਦੀ ਕੋਸ਼ਿਸ਼ ਵੀ ਕੀਤੀ ਤਾਂ ਮੈਂ ਇਸ ਗੱਲ ਨੂੰ ਬਿਲਕੁਲ ਵੀ ਸਵੀਕਾਰ ਨਹੀਂ ਕਰਾਂਗਾ, ਬਲਕਿ ਮੈਂ ਤੇਰੇ ਉੱਤੇ ਹੀ ਕੋਈ ਇਲਜ਼ਾਮ ਲਗਾ ਕੇ ਤੈਨੂੰ ਹੀ ਬਦਨਾਮ ਕਰ ਦੇਵਾਂਗਾ। ਇਸ ਗੱਲ ਦੇ ਡਰ ਨਾਲ ਮੈਂ ਕਦੇ ਚੌਧਰੀ ਸਾਹਿਬ ਦਾ ਕੰਮ ਨਹੀਂ ਛੱਡਿਆ ਤੇ ਨਾ ਹੀ ਆਪਣੇ ਘਰ ਦੀਆਂ ਔਰਤਾਂ ਨੂੰ ਇਕੱਲੇ ਘਰ ਤੋਂ ਬਾਹਰ ਜਾਣ ਦਿੱਤਾ। ਜਦੋਂ ਦਾ ਤੇਰੀ ਸੱਸ ਨੂੰ ਤੇ ਮੈਨੂੰ ਪਤਾ ਲੱਗਿਆ ਕਿ ਚੌਧਰੀ ਸਾਹਿਬ ਵਾਲ ਕਟਵਾਉਣ ਵਾਲੀਆਂ ਲੜਕੀਆਂ ਦੇ ਨਾਲ ਕੀ ਕਰਦਾ ਤਾਂ ਉਦੋਂ ਤੋਂ ਅਸੀਂ ਲੁਕ ਕੇ ਰੋਂਦੇ ਹਾਂ ਕਿ ਇੰਨਾ ਵੱਡਾ ਪਾਪ ਅਸੀਂ ਕਿੱਥੇ ਭਰਾਂਗੇ, ਕਿਉਂਕਿ ਮੈਂ ਇਹ ਗੰਦੇ ਕੰਮ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਸੀ। ਮੇਰੀਆਂ ਮਜਬੂਰੀਆਂ ਨੇ ਮੈਨੂੰ ਇਹ ਕੰਮ ਕਰਨ ਲਈ ਮਜਬੂਰ ਕਰ ਦਿੱਤਾ। ਚੌਧਰੀ ਸਾਹਿਬ ਨੇ ਮੈਨੂੰ ਕਾਲੇ ਰੰਗ ਦਾ ਕੁੜਤਾ ਦਿੱਤਾ ਸੀ ਕਿ ਵਾਲ ਕੱਟਣ ਤੋਂ ਪਹਿਲਾਂ ਇਹ ਪਹਿਨ ਲਿਆ ਕਰ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਤੇ ਸਭ ਇਹੀ ਸਮਝਣ ਕਿ ਇਹ ਕੋਈ ਮਹਾਪੁਰਸ਼ ਆ ਤੇ ਤੂੰ ਕੁਝ ਖਾਸ ਕਰਦਾ, ਜਿਸ ਦੀ ਵਜ੍ਹਾ ਨਾਲ ਉਸ ਦੀਆਂ ਕੁੜੀਆਂ ਦੀ ਕਿਸਮਤ ਬਦਲ ਜਾਂਦੀ ਆ। ਤੇ ਚੌਧਰੀ ਲੜਕੀਆਂ ਨੂੰ ਆਪਣੀ ਹਵਸ ਦਾ ਨਿਸ਼ਾਨਾ ਬਣਾਉਣ ਤੋਂ ਕੁਝ ਦਿਨਾਂ ਬਾਅਦ ਹੀ ਉਸ ਦਾ ਵਿਆਹ ਆਪਣੇ ਕਿਸੇ ਮਾਸੂਮ ਨੌਕਰ ਨਾਲ ਕਰਵਾ ਦਿੰਦਾ ਤੇ ਉਸ ਨੌਕਰ ਨੂੰ ਢੇਰ ਸਾਰੇ ਪੈਸੇ ਵੀ ਦੇ ਦਿੰਦਾ। ਇਸ ਤਰ੍ਹਾਂ ਉਹ ਲੜਕੀਆਂ ਦੀ ਜ਼ਿੰਦਗੀ ਸਵਰ ਜਾਂਦੀ ਸੀ। ਚੌਧਰੀ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ, ਇਸ ਲਈ ਆਪਣੀ ਯਾਸ਼ੀ ਤੇ ਅੱਖਾਂ ਬੰਦ ਕਰਕੇ ਪੈਸੇ ਲਟਾਉਂਦਾ ਸੀ। ਮੈਂ ਉਸ ਦੇ ਹੱਥਾਂ ਦੀ ਕਠਪੁਤਲੀ ਬਣ ਚੁੱਕਿਆ, ਪਰ ਮੈਂ ਆਪਣੇ ਪੋਤੀ ਦੇ ਵਾਲ ਕੱਟ ਕੇ ਚੌਧਰੀ ਸਾਹਿਬ ਕੋਲ ਇਹ ਖਬਰ ਨਹੀਂ ਪਹੁੰਚਾਉਣਾ ਚਾਹੁੰਦਾ ਕਿ ਮੇਰੀ ਪੋਤੀ ਬਾਲਗ ਹੋ ਗਈ ਆ। ਮੈਂ ਜਾਣਦਾ ਕਿ ਉਹ ਜ਼ਾਲਮ ਇਨਸਾਨ ਆ ਤੇ ਮੈਂ ਆਪਣੀ ਪੋਤੀ ਨੂੰ ਵੀ ਨਹੀਂ ਬਚਾ ਸਕਦਾ। ਆਪਣੇ ਸਹੁਰੇ ਦੀਆਂ ਇਹ ਗੱਲਾਂ ਸੁਣ ਕੇ ਮੈਂ ਤਾਂ ਹੈਰਾਨ ਪਰੇਸ਼ਾਨ ਹੋਣ ਲੱਗੀ। ਸਾਨੂੰ ਤਾਂ ਇਸ ਚੀਜ਼ ਦੀ ਕੋਈ ਖਬਰ ਹੀ ਨਹੀਂ ਸੀ, ਕਿਉਂਕਿ ਮੈਂ ਤਾਂ ਸ਼ਹਿਰ ਤੋਂ ਵਿਆਹ ਕਰਕੇ ਇਸ ਪਿੰਡ 'ਚ ਆਈ ਸੀ ਤੇ ਮੇਰੇ ਸਹੁਰੇ ਨੇ ਤੇ ਮੇਰੇ ਪਤੀ ਨੇ ਕਦੇ ਵੀ ਮੈਨੂੰ ਘਰ ਤੋਂ ਬਾਹਰ ਨਿਕਲਣ ਨਹੀਂ ਦਿੱਤਾ ਸੀ। ਇਸ ਲਈ ਮੈਨੂੰ ਪਿੰਡ ਵਿੱਚ ਕੀ ਹੁੰਦਾ ਇਸ ਬਾਰੇ ਵਿੱਚ ਕੁਝ ਨਹੀਂ ਪਤਾ ਸੀ ਤੇ ਨਾ ਹੀ ਮੈਨੂੰ ਇਸ ਚੌਧਰੀ ਦੇ ਬਾਰੇ ਕੁਝ ਪਤਾ ਸੀ। ਮੈਨੂੰ ਤਾਂ ਆਪਣੇ ਸਹੁਰੇ ਦਾ ਮੇਰੀ ਬੇਟੀ ਉੱਤੇ ਨਿਗਾਹ ਰੱਖਣਾ ਤੇ ਉਸ ਦੇ ਗੱਲ-ਗੱਲ ਤੇ ਪਾਬੰਦੀਆਂ ਲਗਾਉਣਾ ਬੁਰਾ ਲੱਗਦਾ ਸੀ। ਪਰ ਹੁਣ ਮੈਂ ਸੋਚ ਰਹੀ ਸੀ ਕਿ ਮੇਰਾ ਸਹੁਰਾ ਮੇਰੀ ਬੇਟੀ ਨਾਲ ਕਿੰਨਾ ਪਿਆਰ ਕਰਦਾ ਸੀ, ਜੋ ਮੇਰੀ ਬੇਟੀ ਨੂੰ ਚੌਧਰੀ ਸਾਹਿਬ ਤੋਂ ਬਚਾਉਣ ਦੇ ਲਈ ਇਸ ਕਦਰ ਕੋਸ਼ਿਸ਼ ਕਰ ਰਹੇ ਸੀ। ਮੇਰੇ ਸਹੁਰੇ ਨੇ ਵਾਅਦਾ ਕੀਤਾ ਕਿ ਮੈਂ ਆਪਣੀ ਪੋਤੀ ਦੀ ਇੱਜ਼ਤ ਉੱਤੇ ਕਦੇ ਆਂਚ ਨਹੀਂ ਆਉਣ ਦੇਵਾਂਗਾ ਤੇ ਨਾ ਹੀ ਅੱਗੇ ਤੋਂ ਕਿਸੇ ਦੂਜੀਆਂ ਕੁੜੀਆਂ ਦੀ ਬਰਬਾਦੀ ਦਾ ਜ਼ਰੀਆ ਬਣਾਂਗਾ। ਮੇਰੇ ਸਹੁਰੇ ਨੇ ਕਿਹਾ ਕਿ ਹੁਣ ਆਪਣੇ ਘਰ ਵਿੱਚ ਕਿੰਨੀਆਂ ਵੀ ਪਰੇਸ਼ਾਨੀਆਂ ਕਿਉਂ ਨਾ ਆ ਜਾਣ, ਮੈਂ ਚੌਧਰੀ ਦੇ ਇਸ ਘਿਨਾਉਣੇ ਕੰਮ ਵਿੱਚ ਉਸ ਦਾ ਸਾਥ ਨਹੀਂ ਦੇਵਾਂਗਾ। ਮੇਰੇ ਸਹੁਰੇ ਨੇ ਕਿਹਾ ਕਿ ਆਪਣਾ ਸਮਾਨ ਪੈਕ ਕਰ ਲਓ, ਆਪਾਂ ਇਹ ਪਿੰਡ ਛੱਡ ਕੇ ਚਲੇ ਜਾਵਾਂਗੇ ਤੇ ਜਾਂਦੇ ਸਮੇਂ ਇੱਕ ਮਾਸਟਰ ਦੇ ਨਾਮ 'ਤੇ ਖਤ ਲਿਖ ਕੇ ਜਾਵਾਂਗੇ, ਜਿਸ ਵਿੱਚ ਮੈਂ ਸਾਰੀ ਇਹ ਹਕੀਕਤ ਲਿਖ ਕੇ ਜਾਊਂਗਾ। ਪਿੰਡ ਦਾ ਮਾਸਟਰ ਇੱਕ ਸਮਝਦਾਰ ਆਦਮੀ ਆ, ਉਹ ਚੁੱਪ ਕਰਕੇ ਸਾਰੇ ਪਿੰਡ ਦੇ ਲੋਕਾਂ ਨੂੰ ਸਮਝਾ ਦੇਵੇਗਾ
ਤੇ ਇਹ ਕਿੱਸਾ ਖਤਮ ਹੋ ਜਾਵੇਗਾ, ਵਰਨਾ ਚੌਧਰੀ ਦੇ ਨਾਲ ਕੋਈ ਪੰਗਾ ਵੀ ਨਹੀਂ ਲੈ ਸਕਦਾ, ਕਿਉਂਕਿ ਬਾਕੀ ਸਭ ਗਰੀਬ ਹਨ ਤੇ ਉਹੀ ਪਿੰਡ ਵਿੱਚੋਂ ਇੱਕ ਅਮੀਰ ਆਦਮੀ ਆ। ਸਾਡੇ ਵਿੱਚੋਂ ਕੋਈ ਵੀ ਨਹੀਂ ਜਾਣਦਾ ਕਿ ਹੁਣ ਸਾਡੀ ਮੰਜ਼ਿਲ ਕਿੱਥੇ ਆ। ਮੇਰੇ ਸਹੁਰੇ ਨੇ ਕਦਮ ਵਧਾਇਆ ਸੀ, ਇਸ ਲਈ ਸਾਨੂੰ ਯਕੀਨ ਸੀ ਕਿ ਉੱਪਰ ਵਾਲਾ ਸਾਡੀ ਮਦਦ ਜ਼ਰੂਰ ਕਰੇਗਾ। ਮੇਰੇ ਸਹੁਰੇ ਨੇ ਪਿੰਡ ਦੇ ਮਾਸਟਰ ਦੇ ਨਾਮ ਤੇ ਇੱਕ ਲੰਮਾ ਜਿਹਾ ਲੈਟਰ ਲਿਖ ਦਿੱਤਾ, ਜਿਸ ਵਿੱਚ ਉਸਨੇ ਹਰ ਗੱਲ ਸਾਫ਼-ਸਾਫ਼ ਤਰੀਕੇ ਨਾਲ ਲਿਖ ਦਿੱਤੀ ਤਾਂ ਕਿ ਸਾਡੇ ਜਾਣ ਤੋਂ ਬਾਅਦ ਚੌਧਰੀ ਦੀਆਂ ਗੱਲਾਂ ਵਿੱਚ ਕੋਈ ਵੀ ਨਾ ਆ ਸਕੇ। ਮੈਨੂੰ ਅੱਜ ਵੀ ਯਾਦ ਆ ਕਿ ਜਦੋਂ ਕੋਈ ਵੀ ਬਾਲਗ ਲੜਕੀ ਗੁੰਜੀ ਹੁੰਦੀ ਤਾਂ ਫਿਰ ਕੁਝ ਦਿਨਾਂ ਬਾਅਦ ਉਹ ਡਰੀ ਸਹਿਮੀ ਰਹਿੰਦੀ ਤੇ ਚੁੱਪ-ਚਾਪ ਰਹਿੰਦੀ। ਇਸ ਦਾ ਰਾਜ਼ ਤਾਂ ਬਾਅਦ ਵਿੱਚ ਹੀ ਖੁੱਲ੍ਹਿਆ ਕਿ ਉਹ ਚੁੱਪ ਕਿਉਂ ਰਹਿੰਦੀ, ਕਿਉਂਕਿ ਉਹ ਚੌਧਰੀ ਦੀ ਹਵਸ ਦਾ ਨਿਸ਼ਾਨਾ ਬਣ ਕੇ ਆਈ ਹੁੰਦੀ ਸੀ। ਤੇ ਮੇਰੇ ਸਹੁਰਾ, ਜਿਨ੍ਹਾਂ ਨੂੰ ਮੈਂ ਬਹੁਤ ਗਲਤ ਸਮਝਦੀ ਸੀ, ਦਰਅਸਲ ਉਹ ਖੁਦ ਵੀ ਇੱਕ ਤਕਲੀਫ ਦਾ ਸ਼ਿਕਾਰ ਸੀ। ਅਤੇ ਜਦੋਂ ਅਸੀਂ ਇਹ ਪਿੰਡ ਛੱਡ ਕੇ ਜਾ ਰਹੇ ਸੀ ਤਾਂ ਮੇਰੇ ਸਹੁਰੇ ਦੇ ਚਿਹਰੇ 'ਤੇ ਸਕੂਨ ਹੀ ਸਕੂਨ ਸੀ। ਅੱਜ ਵੀ ਪਿੰਡ ਵਿੱਚ ਅਜਿਹੇ ਚੌਧਰੀ ਮੌਜੂਦ ਹਨ ਜੋ ਆਪਣੀਆਂ ਇਸ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਤੇ ਸਿੱਧੇ ਸਾਦੇ ਪਿੰਡ ਵਾਲੇ ਲੋਕਾਂ ਨੂੰ ਆਪਣੀ ਘਟੀਆਂ ਕਰਤੂਤਾਂ ਦਾ ਸ਼ਿਕਾਰ ਬਣਾਉਂਦੇ ਹਨ। ਪੜ੍ਹੇ ਲਿਖੇ ਲੋਕਾਂ ਨੂੰ ਚਾਹੀਦਾ ਕਿ ਸਿੱਧੇ ਸਾਦੇ ਭੋਲੇ ਭਾਲੇ ਲੋਕਾਂ ਨੂੰ ਸਮਝਾਉਣਾ ਚਾਹੀਦਾ ਕਿ ਇਹਨਾਂ ਸ਼ਾਹੂਕਾਰਾਂ ਚੌਧਰੀਆਂ ਜਾਂ ਸ਼ਾਹੂਕਾਰਾਂ ਬਾਬਿਆਂ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ। ਸੋ ਦੋਸਤੋ, ਇਸੀ ਸਾਡੀ ਅੱਜ ਦੀ ਕਹਾਣੀ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ 'ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ, ਤਦ ਤੱਕ ਸਤਿ ਸ਼੍ਰੀ ਅਕਾਲ।